सो ਹੁਣ ਆਪਾਂ ਇਸ ਤੋਂ ਅੱਗੇ ਗੱਲ ਕਰਦੇ ਹਾਂ ਕਿ ਜੇ ਆਪਾਂ ਬੈਟਰੀ ਨੂੰ ਇਹਨਾਂ ਕੰਡੀਸ਼ਨਸ ਵਿੱਚ ਯੂਜ਼ ਕਰਦੇ ਹਾਂ ਤਾਂ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਦੇ ਵਿੱਚ ਜੋ ਫਰਕ ਆਉਂਦਾ ਹੈ ਤੇ ਬੜੀ ਇੰਪੋਰਟੈਂਟ ਹੈ। ਹੁਣ ਅਗਲਾ ਪਾਰਟ ਆਪਣਾ ਉਹ ਹੈਗਾ ਸਭ ਤੋਂ ਪਹਿਲਾਂ ਤਾਂ ਕਿ ਜੇ ਤੁਸੀਂ ਇੱਕ ਤੋਂ ਜ਼ਿਆਦਾ ਬੈਟਰੀਜ਼ ਯੂਜ਼ ਕਰਦੇ ਹੋ, ਸੈਲਸ ਯੂਜ਼ ਕਰਦੇ ਹੋ, ਤਾਂ ਕਿਸ ਤਰ੍ਹਾਂ ਉਹਨਾਂ ਦੇ EMF ਇਫੈਕਟ ਹੋਣਗੇ। ਸਭ ਤੋਂ ਪਹਿਲਾਂ ਤਾਂ ਕੀ ਗੱਲ ਆਪਾਂ ਕਰਾਂਗੇ, ਸੀਰੀਜ਼ combination of batteries, series combination of batteries या cells कह लिए ज्यादा बेटर है, cells। ठीक है, तो मान लो मैं दो सैल ने मेरे को जिवें देखो तुहाडे कोल एक सैल हैगा आ वाला, इस सैल दी इंटरनल रेजिस्टेंस हैगी है R1, ਇਹਦਾ EMF हैगा या E1 ਤੇ ਇੱਕ ਸੈਲ हैगा तुहाडे कोल इंटरनल रेजिस्टेंस R2 ਤੇ EMF हैगा E2। आ दो सैल्स ने तुहाडे कोल अलग-अलग ਤੇ ਤੁਸੀਂ ਕਿਸੇ ਸਰਕਟ ਦੇ ਵਿੱਚ ਇਹਨਾਂ ਦੋਨੋਂ ਸੈਲਸ ਨੂੰ ਲਗਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਨੂੰ ਸੀਰੀਜ਼ ਵਿੱਚ ਲਗਾਉਂਦੇ ਹੋ ਤਾਂ ਨੈਟ EMF ਕਿੰਨਾ ਹੋਏਗਾ ਆਪਾਂ ਇਹ ਦੇਖਣਾ ਚਾਹ ਰਹੇ ਹਾਂ। ਸੋ ਬੇਸਿਕਲੀ ਆਪਾਂ ਇਹ ਦੋਨੋਂ ਸੈਲ ਲਗਾ ਦਿੱਤੇ ਸੀਰੀਜ਼ ਦੇ ਵਿੱਚ ਇਸ ਤਰ੍ਹਾਂ, ਇਹ ਹੈਗਾ R2, ਇਹ ਹੈਗਾ R1, this is E1, this is E2। ਇਹਨਾਂ ਦੋਨੋਂ ਸੈਲਸ ਨੂੰ ਆਪਾਂ ਲਗਾਇਆ ਕਿਸੇ ਵੀ ਐਕਸਟਰਨਲ ਸਰਕਟ ਦੇ ਅਰਾਊਂਡ। ਐਕਸਟਰਨਲ ਸਰਕਟ ਚ ਮੰਨ ਲਓ ਆਪਣੇ ਕੋਲ ਕੋਈ ਰੈਜ਼ਿਸਟੈਂਸ ਹੈਗੀ ਹੈ R ਲੋਡ, ਹੁਣ R ਕੁਝ ਵੀ ਹੋ ਸਕਦਾ ਹੈ, ਪੱਖਾ ਹੋ ਸਕਦਾ ਹੈ, ਬਲਬ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈ, ਆਪਾਂ ਇਹਦੇ ਅਕ੍ਰੋਸ ਲਗਾਇਆ ਇਹਨਾਂ ਨੂੰ ਸੈਲਸ ਨੂੰ। ਠੀਕ ਹੈ, ਮੈਂ ਇਹ ਚਾਹਨਾ ਕਿ ਮੈਨੂੰ ਇਕੁਇਵਲੈਂਟ ਪਤਾ ਲੱਗੇ ਵੀ ਇਹਨਾਂ ਦੋਨੋਂ ਸੈਲਸ ਦੀ ਬਜਾਏ ਜੇ ਮੈਂ ਕੋਈ ਇੱਕ ਹੀ ਸੈਲ ਲਗਾ ਦਿੰਦਾ ਜਿਹਦਾ EMF ਇੰਨਾ ਹੁੰਦਾ ਤੇ ਇੰਟਰਨਲ ਰੈਜ਼ਿਸਟੈਂਸ ਇੰਨੀ ਹੁੰਦੀ ਤੇ ਮੈਂ ਉਹਨਾਂ ਨੂੰ ਇਕੁਇਵਲੈਂਟ ਕਦੋਂ ਕਹੂੰਗਾ, ਦੱਸ ਸਕਦੇ ਹੋ ਮੈਨੂੰ ਕਦੋਂ ਕਹੂੰਗਾ ਮੈਂ ਸੇਮ ਰੈਜ਼ਿਸਟੈਂਸ ਦੇ ਅਕ੍ਰੋਸ, ਕਦੋਂ ਕਹੂੰਗਾ? ਜਦੋਂ ਇਹ ਦੋਨੋਂ ਸੈਲ ਮਿਲ ਕੇ ਵੀ ਉਨਾ ਹੀ ਕਰੰਟ ਭੇਜਣ ਐਕਸਟਰਨਲ ਸਰਕਟ ਨੂੰ ਜਿੰਨਾ ਕਿ ਇਹ ਇਕੱਲਾ ਸੈਲ ਭੇਜ ਰਿਹਾ। ਹੁਣ ਸਮਝ ਲੱਗੀ ਮੇਰੀ ਗੱਲ? यस सर। मैं कहूंगा कि मेरे बाहर वाले रजिस्टर ਨੂੰ ਕੀ ਫਰਕ ਪੈਂਦਾ ਹੈ। ਬਾਹਰ ਵਾਲਾ ਰजिस्टर ਜਿਹੜਾ ਹੈਗਾ ਉਹਨੇ ਬਸ ਉਹਨੂੰ ਲਗਾਇਆ, ਤੁਸੀਂ ਦੋਨੋਂ ਪਾਸੇ A ਤੇ B ਪੁਆਇੰਟ ਵੱਲੋਂ ਉਹਦੇ ਜੋੜੇ ਤੁਸੀਂ ਤੇ ਉਹ ਚੋਂ ਕਰੰਟ ਆ ਗਿਆ 2 ਐਂਪੀਅਰ, ਦੋ ਸੈੱਲ ਲਗਾ ਕੇ। ਦੋ ਸੈੱਲ ਦੀ ਬਜਾਏ ਮੈਂ ਕਹਿ ਰਿਹਾ ਜੇ ਦੋ ਦੀ ਬਜਾਏ ਆਪਾਂ ਇੱਕ ਹੀ ਸੈੱਲ ਲਗਾਉਂਦੇ ਤਾਂ ਵੀ ਮੰਨ ਲਓ ਜੇ 2 ਐਂਪੀਅਰ ਆਂਦਾ ਤਾਂ ਮੈਂ ਇਹ ਕਹੂੰਗਾ ਕਿ ਜਿਹੜਾ ਮੇਰਾ ਇੱਕ ਸੈੱਲ ਲਗਾਇਆ ਤੁਸੀਂ ਉਹ ਉਹਨਾਂ ਦੋਨਾਂ ਦੇ ਇਕੁਇਵਲੈਂਟ ਹੀ ਆਇਆ ਵਾ ਤੇ ਉਹਦੀ ਫਿਰ ਜਿਹੜਾ ਇੱਕ ਸੈੱਲ ਲਗਾਇਆ ਉਹਦੀ ਇਕੁਇਵਲੈਂਟ ਰੈਜ਼ਿਸਟੈਂਸ ਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ, ਇੰਟਰਨਲ ਰੈਜ਼ਿਸਟੈਂਸ ਤੇ ਇਕੁਇਵਲੈਂਟ EMF ਦੀ ਗੱਲ ਕੀਤੀ ਜਾ ਸਕਦੀ ਹੈ। ਸਮਝ ਲੱਗੀ ਗੱਲ? यस सर। ਤੇ ਇਸ ਨੂੰ ਤੁਸੀਂ ਦੇਖੋ ਕਿ ਕਰੰਟ ਸੇਮ ਹੋਣਾ ਚਾਹੀਦਾ ਤਾਂ ਮੈਂ ਕਹੂੰਗਾ ਆ ਸਰਕਟ ਤੇ ਆ ਸਰਕਟ ਸੇਮ ਹੀ ਭਈਆ ਆ ਜਿਹੜਾ E ਇਕੁਇਵਲੈਂਟ ਹੈ ਉਹ ਇਹਨਾਂ ਤੋਂ। ਹੁਣ ਕਿਵੇਂ ਆਏਗਾ ਇਹ? ਸਭ ਤੋਂ ਪਹਿਲਾਂ ਤਾਂ ਦੇਖੋ ਆਪਾਂ ਪਤਾ ਕਰੀਏ ਯੂਜ਼ਿੰਗ KVL। ਤੁਸੀਂ ਇੱਥੇ KVL ਲਗਾਓ ਇੱਥੇ ਇਸ ਜਗ੍ਹਾ ਤੇ ਕਿਹੜੇ ਮਰਜ਼ੀ ਸਰਕਟ, ਜਿਵੇਂ ਇੱਥੋਂ ਸ਼ੁਰੂ ਕਰ ਲਓ, ਇੱਥੇ ਵਾਪਸ ਆ ਜਾਓ ਜਾਂ ਇੱਥੋਂ ਤੋਂ ਮਤਲਬ ਕਰੰਟ ਇੱਧਰ ਜਾਏਗਾ I। ਠੀਕ ਹੈ, ਤਾਂ ਕੀ ਆਏਗਾ ਦੇਖੋ KVL ਲਗਾ ਕੇ ਪਹਿਲਾਂ I into R ਜਿਹੜਾ ਇਹ ਹੋਏਗਾ I into R पोटेंशियल ड्रॉप ਇਹ ਹਾਇਰ ਹੈ ਇਹ ਲੋਅਰ ਹੈ ਨਾ। यस सर। माइनस I into R ਆਏਗਾ ਪਹਿਲਾਂ ਤਾਂ ਇੱਥੋਂ ਇੱਧਰ ਗਿਆ ਮੈਂ, ਫਿਰ ਉਹੀ I ਉੱਪਰ ਇਸ R2 ਵਿੱਚੋਂ ਤਾਂ ਗੁਜ਼ਰੇਗਾ ਨਾ, है ना? यस। उधर भी हायर टू लोअर जाएगा तो माइनस I into R2 आएगा, फिर इस बैटरी दे लोअर टू हायर जा रहा प्लस E2 आएगा, फिर आगे जाएगा माइनस I into R1 आएगा, फिर आगे जाएगा प्लस E1 आएगा इक्वल टू 0। दसो ये गल क्लियर हुई? यस सर। ये तो आप चंगी तरह करते रहेंगे। ਇਹਦੇ ਚ ਕੀ ਕਰੋ ਹੁਣ ਤੁਸੀਂ I ਨੂੰ ਇੱਕ ਪਾਸੇ ਕਰ ਲਓ ਤਾਂ ਉਹਦੇ ਨਾਲ ਆਏਗਾ R plus R1 plus R2 ਤੇ E1 plus E2 ਨੂੰ ਉਧਰ ਲੈ ਜਾਓ ਜਾਂ ਇੱਧਰ ਹੀ ਰੱਖੋ ਇਹ ਤਾਂ ਉਹ ਬਾਕੀ I ਵਾਲੀ ਟਰਮ ਉੱਤੇ ਲੈ ਗਈ ਤਾਂ ਤੁਹਾਡਾ ਜਿਹੜਾ ਕਰੰਟ ਆਇਆ ਸਰਕਟ ਚ ਉਹ ਬੇਸਿਕਲੀ ਕੀ ਆਇਆ E1 E2 divided by R plus R1 plus R2। ਦੱਸੋ ਕਲੀਅਰ ਹੈ ਗੱਲ? यस सर। ਇਹੀ KVL ਤੁਸੀਂ ਇੱਧਰ ਲਗਾ ਕੇ ਦੇਖੋ ਹੁਣ ਜੇ ਇਕੁਇਵਲੈਂਟ ਸਰਕਟ ਡਰਾ ਕੀਤਾ ਤੁਸੀਂ ਇੱਥੇ ਤੁਹਾਡੇ ਕੋਲ ਆਏਗਾ ਜਿਹੜਾ ਕਰੰਟ ਕਰਕੇ ਦੇਖ ਲਿਓ ਇਹ ਆਏਗਾ E ਇਕੁਇਵਲੈਂਟ ओवर R plus R इक्वलेंट कर लोगे अपने आप? यस सर। हाँ ਤੁਸੀਂ ਇਸ ਕਰੰਟ ਦੀ ਵੈਲਿਊ ਨੂੰ ਇਸ ਕਰੰਟ ਦੀ ਵੈਲਿਊ ਨਾਲ ਕੰਪੇਅਰ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ E ਇਕੁਇਵਲੈਂਟ ਤੇ R ਇਕੁਇਵਲੈਂਟ ਕਿਹਦੇ ਬਰਾਬਰ ਆਏਗਾ। ਸੋ ਤੁਹਾਡਾ ਜਿਹੜਾ R ਇਕੁਇਵਲੈਂਟ ਆ ਰਿਹਾ ਵਾ ਉਹ ਕਿਹਦੇ ਬਰਾਬਰ ਆ ਰਿਹਾ R1 plus R2 ਦੇ
ਤੇ ਤੁਹਾਡਾ E ਇਕੁਇਵਲੈਂਟ ਕਿਹਦੇ ਬਰਾਬਰ ਆ ਰਿਹਾ E1 plus E2 ਦੇ। ਦੱਸੋ ਗੱਲ ਕਲੀਅਰ ਹੋਈ? Yes, sir. Yes, sir. ਸੋ ਆ ਬਸ ਸਿੰਪਲ ਜੀ ਗੱਲ ਹੈ ਕਿ ਜਦੋਂ ਸੈੱਲ ਲਗਾਏ ਨੇ ਤਾਂ ਉਹ ਇਸ ਤਰ੍ਹਾਂ ਕੰਮ ਕਰਦੇ ਨੇ। ਵੈਸੇ ਉਹ ਮੈਂ ਦੱਸਾਂ ਤਾਂ ਤੁਹਾਨੂੰ ਇਹ ਸਿੱਧਾ ਹੀ ਸਮਝ ਸਕਦਾ ਜੀ, ਕੋਈ ਵੀ ਸਰਕਟ ਇਹ ਸਿੱਧਾ ਹੀ ਸਿੰਪਲ ਹੀ ਹੈ। ਆ ਸਾਰੇ ਰੈਜ਼ਿਸਟੈਂਸ ਸੀਰੀਜ਼ ਹੀ ਨੇ ਬੇਸਿਕਲੀ, ਸਾਰੇ ਜੋ ਆਈਕਨ ਪਾਸ ਕਰ ਰਹੇ ਹਨ। ਸੋ ਬੇਸਿਕਲੀ ਆ R1 ਤੇ R2 ਦਾ ਇਕੁਇਵਲੈਂਟ ਇਕੱਠਾ ਕਰਕੇ ਇੱਥੇ ਲਿਖ ਲਿਆ ਆਪਾਂ R ਇਕੁਇਵਲੈਂਟ ਚ R1 plus R2 ਤੇ ਆ ਸੈੱਲ ਦਾ EMF ਦੇਖੋ, ਆ ਬੈਟਰੀ ਵੀ ਇਧਰ ਨੂੰ ਕਰੰਟ ਭੇਜ ਰਹੀ ਹੈ, ਆ ਵੀ ਇਧਰ ਨੂੰ ਭੇਜ ਰਹੀ ਹੈ ਸਰਕਟ ਚ। ਬੇਸਿਕਲੀ ਦੋਨੋਂ ਬੈਟਰੀਜ਼ ਦੇ EMF ਐਡ ਹੀ ਹੋਣੇ ਸੀ ਤੇ E1 plus E2 ਹੀ ਹੈ, ਇਸ ਲਈ ਕੋਈ ਬਹੁਤ ਵੱਡੀ ਗੱਲ ਤਾਂ ਹੋਈ ਨਹੀਂ। ਕਲੀਅਰ? Yes, sir. ਜੇ ਅਸੀਂ ਜੁਆਇਨ ਕਰ ਦਿੰਦੇ ਆਪਾਂ ਰਿਵਰਸ ਪੋਲੈਰਿਟੀ ਚ ਤਾਂ ਕੀ ਫਰਕ ਪੈ ਜਾਂਦਾ, ਹੁਣ ਇਸ ਗੱਲ ਨੂੰ ਸਮਝ ਲਓ ਬਸ। ਰਿਵਰਸ ਪੋਲੈਰਿਟੀ ਐਡ ਕਰ ਦਿੰਦੇ, ਮੰਨ ਲਓ ਇੱਕ ਸੈੱਲ ਤੁਹਾਡਾ ਇਸ ਤਰ੍ਹਾਂ ਜੁੜਿਆ ਆ ਹੈਗਾ ਤੁਹਾਡਾ R1, ਇਹ ਹੈਗਾ ਤੁਹਾਡਾ E1 ਤੇ ਇਧਰ ਸੈੱਲ ਦੂਜਾ ਜਿਹੜਾ ਉਹ ਇਸ ਰਿਵਰਸ ਪੋਲੈਰਿਟੀ ਜੁੜਿਆ ਹੈ, ਠੀਕ ਹੈ। ਇਹ ਹੈਗਾ R2, ਇਹ ਹੈਗਾ E2। ਤਾਂ ਤੁਹਾਨੂੰ ਪਤਾ ਕਿ ਇਹਦਾ ਇਸ ਕੇਸ ਦੇ ਵਿੱਚ ਇਕੁਇਵਲੈਂਟ ਕੀ ਆਣਾ ਸੀ, E ਇਕੁਇਵਲੈਂਟ ਤੁਹਾਨੂੰ ਪਤਾ ਨਾ। ਫਿਰ ਤੁਹਾਡਾ ਦੋਨੋਂ ਸੈਲਸ ਜਿਹੜੇ ਨੇ, ਜਿਵੇਂ ਇੱਥੇ KVL ਲਗਾਇਆ ਸੀ, ਇੱਕ E1 ਜਿਵੇਂ ਪੋਜ਼ਿਟਿਵ ਹੈ ਦੂਜਾ ਨੈਗੇਟਿਵ ਆਣਾ ਸੀ ਨਾ। Yes, sir. ਫਿਰ ਕੀ ਆਏਗਾ E1 minus E2 ਤੇ ਇੱਥੇ ਆਪਾਂ ਮੰਨ ਕੇ ਚੱਲ ਰਹੇ ਹਾਂ ਲੈਟ ਜਿਹੜਾ E1 is greater than E2 ਸੀ। ਕਲੀਅਰ ਹੈ? ਤੇ R ਇਕੁਇਵਲੈਂਟ ਇੱਥੇ ਵੀ ਉਨਾ ਹੀ ਆਏਗਾ ਕਿਉਂਕਿ ਉਹਨੂੰ ਕੋਈ ਫਰਕ ਨਹੀਂ ਪਏਗਾ, ਕਰੰਟ ਦੀ ਡਾਇਰੈਕਸ਼ਨ ਤਾਂ ਇੱਕ ਹੀ ਲਓਗੇ ਨਾ ਫਿਰ ਸਰਕਟ ਚ। ਆ ਯਾਦ ਰਹੇਗੀ ਗੱਲ? Yes, R sir. ਇਕੁਇਵਲੈਂਟ ਨੂੰ ਕੋਈ ਫਰਕ ਨਹੀਂ ਪਏਗਾ, ਪਰ EMF ਰਿਵਰਸ ਲੈ ਲਵਾਂਗੇ, ਮਾਈਨਸ ਕਰ ਲਾਂਗੇ, ਜੋ ਵੀ ਵੱਡਾ ਹੋਏਗਾ ਉਸ ਤੋਂ ਛੋਟੇ ਨੂੰ ਮਾਈਨਸ ਕਰ ਦਿਓ, ਦੈਟਸ ਇਟ। ਕਲੀਅਰ ਆ ਵੀ ਸਭ ਨੂੰ ਗੱਲ? Yes, sir. Yes, sir. ਠੀਕ ਹੈ। ਸੋ ਇਸ ਤਰ੍ਹਾਂ ਹੁਣ ਤੁਸੀਂ 2 ਤੋਂ ਜ਼ਿਆਦਾ ਬੈਟਰੀਜ਼ ਵੀ ਲਗਾ ਸਕਦੇ ਹੋ, 2 ਤੋਂ ਜ਼ਿਆਦਾ ਬੈਟਰੀ ਲਗਾ ਕੇ ਵੀ ਗੱਲ ਕਰ ਸਕਦੇ ਹੋ। ਹੁਣ ਥੋੜਾ ਰਫ ਕੰਮ ਕਰਨਾ ਸਿੱਖੋ। ਜਿਵੇਂ ਮੰਨ ਲਓ ਮੈਸੇਜ ਦੇ ਕਮਾਂ ਕਿ ਆ ਇੱਕ ਬੈਟਰੀ ਹੈ ਤੇ ਇਹ ਹੈਗੀ ਹੈ ਮੰਨ ਲਓ 2 ਵੋਲਟ ਦੀ, ਇਹਦਾ ਇੰਟਰਨਲ ਰੈਜ਼ਿਸਟੈਂਸ ਹੈਗਾ 1 ohms ਤੇ ਇਹਦੇ ਬਾਅਦ ਇੱਕ ਬੈਟਰੀ ਹੋਰ ਲੱਗੀ ਆ, ਪੁੱਠੀ ਲੱਗੀ ਹੋਈ ਹੈ, ਇਹ ਲੱਗੀ ਹੋਈ ਆ 3 ਵੋਲਟ ਦੀ, ਇਹਦਾ ਇੰਟਰਨਲ ਰੈਜ਼ਿਸਟੈਂਸ ਹੈਗਾ ਮੰਨ ਲਓ ਇਹਦਾ ਵੀ 1 ohms। ਫਿਰ ਇੱਕ ਬੈਟਰੀ ਫਿਰ ਇਦਾਂ ਲੱਗੀ ਹੋਈ ਹੈ, ਇਹ ਹੈਗੀ ਮੰਨ ਲਓ 4 ਵੋਲਟ ਦੀ, ਇਹਦਾ ਇੰਟਰਨਲ ਰੈਜ਼ਿਸਟੈਂਸ ਹੈਗਾ ਮੰਨ ਲਓ 2 ohms। ਇਸ ਤਰ੍ਹਾਂ ਆ। ਤੇ ਮੈਂ ਇਸ ਬੈਟਰੀ ਦੀ ਗੱਲ ਕਰ ਰਿਹਾ ਵਾਂ, ਅੱਗੇ ਕਿਸੇ ਨਾਲ ਮੈਂ ਸਰਕਟ ਚ ਫਾਈਂਡ ਕਰਨਾ ਮੰਨ ਲਓ ਕਰੰਟ, ਤੇ ਆ ਜਿਹੜੀ 10 ohm ਆਪਣਾ ਐਕਸਟਰਨਲ ਰੈਜ਼ਿਸਟੈਂਸ। ਮੈਂ ਕੀ ਕਰੂੰਗਾ, ਮੈਂ ਇਹਨੂੰ ਸਿੱਧਾ ਹੀ ਡਰਾ ਕਰ ਲੂੰਗਾ। ਸਿੰਪਲ ਜੀ ਗੱਲ ਹੈ। ਤੁਸੀਂ ਦੱਸੋ ਬੈਟਰੀਆਂ ਵਿੱਚੋਂ ਕਿਹੜੀ ਕਿਹੜੀ 2 ਬੈਟਰੀਜ਼ ਨੂੰ ਐਡ ਕੀਤਾ ਜਾ ਸਕਦਾ ਇਹਨਾਂ ਚੋਂ? 2 and 4 volts ਦੀ। ਕਿਉਂਕਿ 2 ਤੇ 4 ਮਿਲ ਕੇ ਇੱਧਰ ਨੂੰ ਕਰੰਟ ਭੇਜਣਾ ਚਾਹੁੰਦੀਆਂ ਨੇ ਨਾ ਦੋਨੋਂ ਹੀ। Yes, sir. Yes, ਆ sir. 3 ਦਾ ਕੰਮ ਪੁੱਠਾ ਹੀ ਆ, ਇਹ ਚਾਹੁੰਦੀ ਹੈ ਇੱਧਰ ਨੂੰ, ਇਹਦੀ ਪੋਲੈਰਿਟੀ ਕਹਿੰਦੀ ਹੈ ਇੱਧਰ ਨੂੰ ਭੇਜਣਾ, ਪਰ 2 ਤੇ 4 ਮਿਲ ਕੇ ਕਿੰਨੇ ਬਣੀਆਂ 6। ਸੋ ਬੇਸਿਕਲੀ ਅਸਲੀ ਵਿੱਚ ਕਰੰਟ ਕਿੱਧਰ ਨੂੰ ਜਾਏਗਾ ਦੱਸੋ, ਕਲੌਕਵਾਈਜ਼ ਕਿ ਐਂਟੀ ਕਲੌਕਵਾਈਜ਼? ਦੱਸੋ ਕਿਸੇ ਨੂੰ ਸਮਝ ਆ ਨਹੀਂ ਆ ਰਹੀ ਮੇਰੀ? ਫਿਰ ਦੱਸੋ। Anti-clockwise. Anti-clockwise, sir. ਹਾਂ, ਕਿਉਂਕਿ ਆ 4 ਤੇ 2 ਮਿਲ ਕੇ 6 ਵੋਲਟ ਦਾ ਇੱਧਰ ਨੂੰ ਲੱਗ ਰਿਹਾ ਨਾ, Yes, sir. 3 ਵੋਲਟ ਦਾ ਇੱਧਰ ਨੂੰ, ਤਾਂ ਬੇਸਿਕਲੀ ਸਿੱਧਾ ਹੀ 6 ਵਿੱਚੋਂ 3 ਘਟਾਓ, ਕਿੰਨਾ ਰਹਿ ਗਏ? 3 volt. ਆ 3 ਵੋਲਟ ਦੀ ਬਣ ਗਈ ਆਪਣੀ ਨੈਟ EMF, ਇਹ ਇਕੁਇਵਲੈਂਟ EMF। ਤੇ ਰੈਜ਼ਿਸਟੈਂਸ ਆ 2 ਆ 3 ਹੈ ਤੇ 4, ਇਹਦੀ ਕਿੰਨੀ ਬਣੇਗੀ? 4 ਬਣੇਗੀ ਨਾ ਇਹ। Yes, sir. ਹੁਣ ਤੁਸੀਂ ਇਸ ਸਰਕਟ ਨੂੰ ਸੋਲਵ ਕਰ ਲਓ, ਇਹ ਤਾਂ ਸੌਖਾ ਬਣ ਗਿਆ, ਹੋ ਜਾਏਗਾ ਕੰਮ। Yes, sir. Yes. ਸੋ ਰਫਲੀ ਸੋਚੋ ਇਸ ਚੀਜ਼ ਨੂੰ ਕਿ ਸੀਰੀਜ਼ ਸਰਕਟ ਲੱਗੇ ਹੋ, ਸੀਰੀਜ਼ ਸਭ ਤੋਂ ਸੌਖਾ ਕੰਮ ਹੁੰਦਾ ਹੈ, ਸੀਰੀਜ਼ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ। ਅਗਰ ਬੈਟਰੀ ਸੀਰੀਜ਼ ਚ ਲੱਗੀਆਂ ਨੇ ਤਾਂ ਬੈਟਰੀਜ਼ ਦੇ ਸਾਰੇ ਰੈਜ਼ਿਸਟੈਂਸ ਜੋੜ ਦਿਓ, EMF ਪੋਲੈਰਿਟੀ ਦੇ ਹਿਸਾਬ ਨਾਲ ਐਡ ਸਬਟ੍ਰੈਕਟ ਕਰਕੇ ਬੈਟਰੀ ਲਗਾ ਦਿਓ। ਜੇ ਆ 3 ਵੋਲਟ ਦੀ ਜਗ੍ਹਾ ਤੇ ਇੱਥੇ ਮੰਨ ਲਓ, ਜੇ ਆ 3 ਵੋਲਟ ਦੀ ਜਗ੍ਹਾ ਤੇ 3 ਵੋਲਟ ਦੀ ਬੈਟਰੀ ਜੋ ਲੱਗੀ ਹੋਈ ਹੈ ਆ ਨਾ ਹੁੰਦੀ, ਇਹਦੀ ਜਗ੍ਹਾ ਤੇ ਇਸੇ ਤਰ੍ਹਾਂ ਦੀ ਬੈਟਰੀ ਲੱਗੀ ਹੁੰਦੀ ਆਹੀ 1 ohm ਵਾਲੀ, ਪਰ ਉਹ ਬੈਟਰੀ 50 ਵੋਲਟ ਦੀ ਹੁੰਦੀ, ਤਾਂ ਦੱਸੋ ਕੀ ਹੁੰਦਾ? ਤਾਂ ਨੈਟ ਤੁਹਾਡੀ ਫਿਰ ਪਤਾ ਕਿੰਨੀ ਆਣੀ ਸੀ ਇੱਥੇ? ਨੈਟ ਬੈਟਰੀ ਤੁਹਾਡੀ ਐ ਲੱਗਣੀ ਸੀ ਫਿਰ ਪੁੱਠੀ। ਅਸਲੀ ਸਰਕਟ ਐ ਬਣਨਾ ਸੀ ਕਿ ਨਹੀਂ ਫਿਰ? Yes, sir. ਆ ਹੁਣ ਇਹ ਤੁਹਾਡਾ 4 ohm ਸੀ, ਇਹ ਚ ਕੋਈ ਫਰਕ ਨਹੀਂ ਪੈਂਦਾ, ਪਰ ਉਹ 50 ਤੇ ਵਿੱਚੋਂ ਫਿਰ 6 ਮਾਈਨਸ ਕਰਕੇ ਇਹ 44 ਵੋਲਟ ਦੀ ਬਣਦੀ। 44. ਹਾਂਜੀ ਗੁਰਾਂਸ਼ ਕੀ ਕਹਿ ਰਹੇ ਹੋ? Sir, ਪਿਛਲਾ ਪੇਜ ਕਰਿਓ। ਹਾਂਜੀ ਸਰ। ਸਰ ਜਿੱਦਾਂ ਹੁਣ ਆਪਾਂ 2 ਬੈਟਰੀਜ਼ ਉਹਨਾਂ ਦੇ ਆਪੋਜ਼ਿਟ ਪੋਲੈਰਿਟੀਜ਼ ਨਾਲ ਲਗਾਈਆਂ ਹੋਈਆਂ, ਅਗਰ ਹੁਣ ਜਿੱਦਾਂ ਆਪਾਂ ਸਟਾਰਟਿੰਗ ਵਿੱਚ ਕੀਤਾ ਸੀ ਇੱਕ ਪ੍ਰੋਟੋਨ ਆਪਾਂ ਘੱਲਦੇ ਹਾਂ, ਹੁਣ ਸਰ ਅਗਰ E1 ਤੇ ਇੱਕ ਪ੍ਰੋਟੋਨ ਜਾਏਗਾ, E2 ਵੱਲ ਜਾ ਕੇ ਮਿਲੇਗਾ ਸਰ, ਉਹਦੀ ਵੀ ਪੋਜ਼ਿਟਿਵ ਸਾਈਡ ਵੱਲ ਹੀ ਜਾਏਗਾ ਪ੍ਰੋਟੋਨ ਸਰ। ਫਿਰ ਹੁਣ ਜਿਹੜਾ ਉਹ ਪ੍ਰੋਟੋਨ ਉੱਧਰ ਪਹੁੰਚੇਗਾ, ਉਹ ਜਿਹੜਾ ਵਿਚਕਾਰ R1 ਵਾਲਾ ਸਰਕਿਟ ਆ, ਇਹ ਮਤਲਬ ਉਹ ਤਾਂ R1 ਬਹੁਤ ਜ਼ਿਆਦਾ ਉਹਦੇ ਵਿੱਚ ਨਾ ਬਹੁਤ ਹੀ
ਜਿਹਨੇ ਕਿ ਹੁਣ ਤੱਕ ਜਿੰਨਾ ਕਰੰਟ ਇਲੈਕਟ੍ਰਿਸਿਟੀ ਆਪਾਂ ਪੜਿਆ ਸਿੱਖਿਆ ਸਾਰਾ ਖੂਹ ਚ ਪਾ ਕੇ ਬਿਲਕੁਲ ਉੱਥੇ ਪਹੁੰਚ ਗਿਆ ਪਹਿਲੇ ਵਾਲੀ ਦਿਨ, ਤੇ ਉੱਥੇ ਪਹੁੰਚ ਕੇ ਵੀ ਬਿਲਕੁਲ ਅਲੱਗ ਤਰ੍ਹਾਂ ਸੋਚ ਰਿਹਾ। ਹੁਣ ਤੂੰ ਆਹ ਸੋਚ ਕੇ ਦੇਖ, ਪ੍ਰੋਟੋਨ ਦੀ ਡਾਇਰੈਕਸ਼ਨ ਜਿਹੜੀ ਹੈ, ਪਹਿਲੀ ਗੱਲ ਤਾਂ ਕੀ ਆ ਉਹ ਜਿਹੜੀ ਜਿਵੇਂ ਜੇ ਤੂੰ ਇਸ ਤਰ੍ਹਾਂ ਸੋਚ ਰਹਾ ਚਾਰਜ ਜਿਹੜਾ ਹੈਗਾ ਵਾ ਉਹਦਾ ਕੋਈ ਮੋਸ਼ਨ ਜਿਹੜਾ ਹੈਗਾ ਸਰਕਟ 'ਚ ਕਿਸੇ ਇੱਕ ਦਿਸ਼ਾ 'ਚ ਹੋਏਗਾ ਕਿ ਨਹੀਂ, ਪਹਿਲਾਂ ਇਹ ਦੱਸ। ਹਾਂਜੀ। ਤਾਂ ਉਹ ਰਸਤੇ ਵਿੱਚ ਜਦੋਂ ਬੈਟਰੀਆਂ ਆਇਆ ਕਰਨਗੀਆਂ ਤਾਂ ਕਦੀ ਤਾਂ ਬੈਟਰੀ ਉਹਨੂੰ એનર્ਜੀ ਦੇ ਦਿਆ ਕਰੇਗੀ ਤੇ ਕਦੀ ਉਹਨੂੰ ਬੈਟਰੀ ਦੇ ਖਿਲਾਫ ਜਾਣਾ ਪੈਣਾ। ਇਹ ਤਾਂ ਹੋਊਗਾ ਹੀ ਨਾ ਬੈਟਰੀ ਉਹਦੇ ਨਾਲ, ਚਾਰਜ ਦੇ ਨਾਲ। ਤਾਂ ਹੀ ਤਾਂ ਆਪਾਂ KVL ਲਗਾਉਂਦੇ ਆ ਕਿ ਜਿੰਨਾ ਵੀ ਉਹਦੇ ਪੋਟੈਂਸ਼ੀਅਲਸ ਐਡ ਜਾਂ ਸਬਟ੍ਰੈਕਟ ਉਹਨੇ ਸਾਰੇ ਮੁੜ ਘੁੜ ਕੇ ਜ਼ੀਰੋ ਹੋ ਜਾਂਦੇ ਆ। ਹੁਣ ਉਹ ਸਿਸਟਮ ਜਿਵੇਂ ਮਰਜ਼ੀ ਅੰਦਰ ਸੈੱਟ ਹੋਇਆ ਹੋਵੇ, ਹੁਣ ਤੱਕ ਆਪਾਂ ਜੋ ਕੰਮ ਕਰ ਰਹੇ ਆ ਆਪਣੀ ਜਿਹੜੀ ਮੈਥੋਡੋਲੋਜੀ ਆ ਉਹ ਆਪਾਂ ਇਸੇ ਲਈ ਡਿਵੈਲਪ ਕੀਤੀ ਹੈ ਨਾ, ਕਿ ਆਪਾਂ ਇਸ ਮੈਥੋਡੋਲੋਜੀ ਤੇ ਯਕੀਨ ਕੀਤਾ ਸੀ। KVL ਜਿਹੜਾ ਹੈ ਲਗਾਨੇ ਆਪਾਂ ਉਹ ਬਿਨਾਂ ਕਨਵਿੰਸ ਹੋਏ ਲਗਾ ਰਹੇ ਉਹਨਾਂ ਨੂੰ ਤੱਕ। ਹਾਂਜੀ। KVL ਲਗਾਨਾ ਨਾ ਤੂੰ ਕਿਸੇ ਸਰਕਟ 'ਚ, ਹਾਂਜੀ, ਤਾਂ ਉਹ ਬਿਨਾਂ ਕਨਵਿੰਸ ਹੋਏ ਲਗਾ ਦੇਣਾ ਹੀ ਕਿ ਹੁਣ ਤੱਕ ਇਹ ਨਹੀਂ ਲਾ ਰਿਹਾ ਸੀ। ਮਤਲਬ ਜੇ ਤੂੰ ਐ ਸੋਚ ਰਿਹਾ ਪ੍ਰੋਟੋਨ ਨੇ ਤੋਂ ਜਾਇਆ ਗਿਆ ਤਾਂ ਮਤਲਬ ਉਧਰ ਇੱਕ ਮਤਲਬ ਕਿਵੇਂ ਇੱਕ ਵਾਰ ਦੁਬਾਰਾ ਦੱਸ ਆਪਣਾ ਹੁਣ ਪ੍ਰੋਬਲਮ ਕੀ ਸੋਚ ਕੇ ਚੱਲ ਰਿਹਾ ਇਹਦੇ ਵਿੱਚ ਤੂੰ। ਹਰ ਬੈਟਰੀ ਆਪਣਾ ਆਪਣਾ ਪ੍ਰੋਟੋਨ ਥੋੜੀ ਘੱਲੂਗੀ, ਆ ਆਪਣਾ ਭੇਜ ਰਹੀ ਆ ਉਹ ਆਪਣਾ ਭੇਜ ਰਹੀ ਹੈ, ਸਭ ਦਾ ਮੌਜਾਂ ਲੱਗੀਆਂ ਹੋਈਆਂ, ਐ ਥੋੜੀ ਚੱਲ ਰਿਹਾ ਵਾ ਸਰ। ਓਵਰਆਲ ਕਰੰਟ, ਹਾਂਜੀ ਓਵਰਆਲ ਕਰੰਟ ਦੀ ਡਾਇਰੈਕਸ਼ਨ ਹੈ। ਹੁਣ ਜਿਵੇਂ ਕਹਿੰਦਾ ਮਤਲਬ ਆ ਬੈਟਰੀ ਆ, ਮੰਨ ਲਾ ਆ E1 ਸਟਰੋਂਗ ਆ ਹਨਾ, ਤਾਂ E1 ਨੇ ਇਧਰੋਂ ਭੇਜਣਾ ਹੈ ਕਰੰਟ, ਤਾਂ ਮਤਲਬ ਪ੍ਰੋਟੋਨ ਜਿਹੜਾ ਆ ਉਹ ਇਹਦਾ ਵਾਲਾ ਭੇਜਿਆ ਹੈ, ਇਧਰੋਂ ਜਾਊਗਾ ਇਧਰੋਂ ਜਾਊਗਾ। ਹੁਣ ਆ ਬੈਟਰੀ ਆਪਣਾ ਪ੍ਰੋਟੋਨ ਥੋੜੀ ਭੇਜ ਪਾਊਗੀ ਇਧਰ ਨੂੰ, ਬਲਕਿ ਉਹ ਉਸਦੇ ਭੇਜੇ ਹੋਏ ਪ੍ਰੋਟੋਨ ਨੂੰ ਜ਼ਬਰਦਸਤੀ ਚ ਐਂਟਰ ਕਰਨਾ ਉਹਨੇ, ਤਾਂ ਉਹਦੇ ਕਰਕੇ ਆ ਵਾਲੀ ਬੈਟਰੀ ਚਾਰਜਿੰਗ ਵਾਲੀ ਸਟੇਜ ਚ ਹੋਏਗੀ, ਚਾਰਜ ਹੋ ਰਹੀ ਹੈ, ਯਾਨੀ ਇਹ એનર્ਜੀ ਲੈ ਰਹੀ ਹੈ ਬਜਾਏ ਦੇਣ ਦੇ। ਤੇ ਕਿਹਦੀ એનર્ਜੀ ਲੈ ਰਹੀ ਹੈ? ਆ ਜਿਹੜਾ ਪ੍ਰੋਟੋਨ ਇਧਰੋਂ ਜਾ ਰਿਹਾ ਨਾ, ਹਾਂਜੀ ਇਹਦੇ ਕੋਲ એનર્ਜੀ ਬੈਟਰੀ ਨੇ ਲੈ ਲਈ, ਬੈਟਰੀ ਨੇ ਇਹਨੂੰ ਦਿੱਤੀ ਨਹੀਂ એનર્ਜੀ, ਬੈਟਰੀ ਨੇ ਲੈ ਲਈ। ਤੇ ਇਹ ਵਾਲੀ ਜਿਹੜੀ ਚੜਾਈ ਚੜਦੇ ਚੜਦੇ ਪ੍ਰੋਟੋਨ ਸਾਡਾ ਹੰਬ ਗਿਆ, ਹਾਂਜੀ, ਜਾਂ ਫਿਰ ਇਹਦੇ ਵਿੱਚੋਂ ਲੰਘਦੇ ਹੋਏ, ਸਮਝ ਲੱਗੀ ਗੱਲ? ਹਾਂਜੀ। ਸੋ ਉਹ ਆਪਣੀ એનર્ਜੀ ਜਿਹੜੀ ਆ ਉਹ એનર્ਜੀ ਨੂੰ ਇੱਥੇ ਉਹਨੇ ਜਾ ਕੇ ਬੈਟਰੀ ਤੋਂ એનર્ਜੀ, ਬੈਟਰੀ ਅਦਰਵਾਈਜ਼ ਦਾ ਸੋਰਸ ਆਫ એનર્ਜੀ ਆ, ਪਰ ਦੋਨੋਂ ਵਿੱਚੋਂ ਦੋਨੋਂ ਬੈਟਰੀ ਜਦੋਂ ਰਿਵਰਸ ਪੋਲੈਰਿਟੀ ਚ ਲੱਗੀਆਂ ਤਾਂ ਇੱਕ ਬੈਟਰੀ ਉਹਨਾਂ ਚੋਂ એનર્ਜੀ ਦੇ ਰਹੀ ਹੋਏਗੀ, ਦੂਜੀ ਤਾਂ ਲੈ ਰਹੀ ਹੋਏਗੀ। ਹਾਂਜੀ। ਇਸ ਗੱਲ ਨੂੰ ਤੂੰ ਦੋ ਬੈਟਰੀਆਂ ਐ ਲਗਾ ਕੇ ਦੇਖ, ਦੇਖ ਮੰਨ ਲਾ ਮੈਂ ਐ ਕਹਾਂ ਕਿ ਇੱਥੇ ਇੱਕ ਬੈਟਰੀ ਲਗਾਈ ਆ ਮੈਂ 100 ਵੋਲਟ ਦੀ, ਠੀਕ ਹੈ, ਮੈਂ ਇਹਦੀ ਇੰਟਰਨਲ ਰੈਜ਼ਿਸਟੈਂਸ ਸ਼ੋ ਹੀ ਨਹੀਂ ਕਰਦਾ, ਛੱਡ ਆ ਇੱਕ ਰੈਜ਼ਿਸਟੈਂਸ ਹੈਗੀ ਹੈ ਕੋਈ ਵੀ, ਤੇ ਇੱਥੇ ਇੱਕ ਬੈਟਰੀ ਲਗਾਈ ਹੈ ਮੈਂ 50 ਵੋਲਟ ਦੀ, ਹਾਂ ਹੁਣ ਕਿਵੇਂ ਜਾਊਗਾ ਕਰੰਟ ਤੂੰ ਦੱਸ? ਐਂਟੀ ਕਲੌਕਵਾਈਜ਼ ਕੀ ਕਲੌਕਵਾਈਜ਼? ਐਂਟੀ ਕਲੌਕਵਾਈਜ਼। ਐਂਟੀ ਕਲੌਕਵਾਈਜ਼ ਹੀ ਜਾਊਗਾ, ਤੇ ਉਹ ਐ ਜਾਊਗਾ ਕਿ ਇਹਦਾ ਇਕੁਇਵਲੈਂਟ ਸਰਕਟ ਚ ਪਤਾ ਕੀ ਇਹ ਵਾਲੀ ਬੈਟਰੀ ਦੀ ਜਗ੍ਹਾ ਤੇ ਤੂੰ 50 ਲਗਾ ਦੇ, ਨੀਚੇ ਵਾਲੀ ਗਾਇਬ ਕਰ ਦੇ, ਸੇਮ ਹੀ ਹੈ ਸਰਕਟ ਦੇ ਜਿਹੜੇ ਪੈਰਾਮੀਟਰਸ ਨੇ, ਕੋਈ ਫਰਕ ਨਹੀਂ ਪੈਣਾ। ਕਲੀਅਰ ਹੈ ਗੱਲ? ਹਾਂਜੀ। ਕਿਉਂਕਿ ਹੁਣ ਉਹ ਆਪਣਾ ਪ੍ਰੋਟੋਨ ਥੋੜੀ ਇਹ ਭੇਜੂਗੀ, ਉਹ ਆਪਣਾ ਭੇਜੂਗੀ, ਦੋਨੋਂ ਲੜਨਗੇ ਰਸਤੇ ਜਾ ਕੇ, ਐ ਥੋੜੀ ਹੋ ਰਿਹਾ। ਉਹ ਤਾਂ ਡਿਸਾਈਡ ਇੱਕ ਵਾਰ ਪੂਰੇ ਬੈਟਰੀ ਦਾ ਜੋ ਵੀ ਜਿੱਥੇ ਜੋ ਬੈਟਰੀ ਲੱਗੀ ਹੈ ਉੱਥੋਂ ਪੋਟੈਂਸ਼ੀਅਲਸ ਡਿਸਾਈਡ ਕਰਦੇ ਨੇ ਕਿ ਚਾਰਜ ਦਾ ਫਲੋ ਕਿੱਧਰ ਨੂੰ ਹੋਏਗਾ, ਤਾਂ ਚਾਰਜ ਦਾ ਫਲੋ ਉਧਰੋਂ ਇੱਧਰ ਨੂੰ ਹੋਏਗਾ। ਆਬਵੀਅਸਲੀ ਆਹ ਵਾਲੀ ਨੀਚੇ ਵਾਲੀ ਬੈਟਰੀ, ਉਹ ਵਾਲੇ ਜਿਹੜੇ ਆ ਰਹੇ ਨੇ ਉੱਪਰੋਂ ਪ੍ਰੋਟੋਨਸ, ਉਹਨਾਂ ਨੂੰ ਰੋਕੇਗੀ। ਵੈਸੇ ਪ੍ਰੋਟੋਨ ਮੂਵ ਕਰਦੇ ਨਹੀਂ ਹੈ, ਸਾਰਾ ਕੰਮ ਇਲੈਕਟ੍ਰੋਨ ਲਈ ਹੁੰਦਾ, ਆਪਾਂ ਪ੍ਰੋਟੋਨ ਲਈ ਸੋਚ ਕੇ ਗੱਲ ਕਰ ਰਹੇ ਹੁੰਦੇ ਹਾਂ। ਹਾਂਜੀ ਸਰ। ਤਾਂ ਉਹ ਆ ਰਹੇ ਹੋਣਗੇ, ਉਹ ਇਹਨਾਂ ਨੂੰ ਰੋਕੇਗੀ, ਪਰ ਉਹ ਧੱਕੇ ਨਾਲ ਨਿਕਲ ਜਾਣਗੇ, ਕਿਉਂਕਿ ਉਹਨਾਂ ਨੂੰ ਜਿਹਨੇ ਭੇਜਿਆ ਵਾ ਉਹਨੇ ਬਹੁਤ એનર્ਜੀ ਦੇ ਕੇ ਭੇਜਿਆ ਨਾ। ਹਾਂਜੀ। ਉਹਨੇ 100 ਵੋਲਟ ਦੇ ਹਿਸਾਬ ਨਾਲ એનર્ਜੀ ਦੇ ਕੇ ਭੇਜਿਆ, ਉਹ ਉਹਨਾਂ ਦੀ, ਪਰ ਆ ਰੈਜ਼ਿਸਟੈਂਸ ਵਿੱਚ 50 ਹੀ ਵਰਤੀ ਜਾਣੀ ਹੈ, 50 ਥੱਲੜੀ ਬੈਟਰੀ ਨੂੰ ਟੈਕਲ ਕਰਨ 'ਚ ਖਰਚ ਹੋ ਜਾਣੀ ਹੈ। ਤਾਂ ਆਪਾਂ ਕਹਿੰਦੇ ਯਾਰ ਫਿਰ ਉੱਪਰਲੀ ਬੈਟਰੀ 100 ਦੀ ਬਜਾਏ ਤੁਸੀਂ 50 ਦੀ ਲਾ ਲਓ, ਥੱਲੇ ਵਾਲੀ ਬੈਟਰੀ ਹਟਾ ਹੀ ਦਿਓ, ਤਾਂ ਵੀ ਜਿਹੜੇ ਆਪਣੇ ਸਰਕਟ ਦੇ ਮੇਜਰਸ ਤੇ ਕੋਈ ਫਰਕ ਨਹੀਂ ਪੈਣਾ। ਕਲੀਅਰ ਹੈ ਗੱਲ? ਹਾਂਜੀ। ਆਹ ਵਾਲੀ ਗੱਲ ਤਾਂ ਮੈਨੂੰ ਲੱਗਦਾ ਸੀਰੀਜ਼ ਸਰਕਟ ਦਾ ਸਿੱਧਾ ਸਿੱਧਾ ਹੀ ਹੈ, ਇਹ 'ਚ ਤਾਂ ਨਹੀਂ ਕੁਝ ਉਹਦੀ ਲੱਗ ਰਹੀ ਗੱਲ। ਪੋਲੈਰਿਟੀ ਡਿਫਰੈਂਟ ਕਰੇਗਾ ਤਾਂ ਕਿਉਂ ਮਾਈਨਸ ਨਾ ਹੋਣ ਵੀ ਬੈਟਰੀਆਂ ਦੇ? ਨਹੀਂ ਸਰ, ਉਹ ਤਾਂ ਸਮਝ ਆ ਗਿਆ, ਪਲੱਸ ਮਾਈਨਸ ਕਾਹਤੋਂ ਹੁੰਦੀਆਂ। ਨਹੀਂ ਹੁਣ ਜਿੱਦਾਂ ਅਗਰ ਬੈਟਰੀ ਮੰਨ ਲਓ, ਆਹ ਠੀਕ ਹੈ ਸਰ, ਠੀਕ ਹੈ, ਲੱਗ ਗਈ ਸਮਝ ਆ ਗਈ। ਠੀਕ ਹੈ, ਜ਼ਿਆਦਾ ਜਿਹਦੀ ਜ਼ਿਆਦਾ ਜਿੱਦਾਂ। ਅੱਛਾ ਮੈਨੂੰ ਐਂ ਦੱਸ, ਹੁਣ ਹੋਰ ਗੱਲ ਦੱਸੀ, ਹੁਣ ਆਹ ਬੈਟਰੀ 50 ਦੀ ਲਾਤੀ, ਆਹ ਬੈਟਰੀ ਵੀ 50 ਦੀ ਲਾਤੀ, ਆਹ ਰੈਜ਼ਿਸਟੈਂਸ ਲਾਤਾ, ਹੁਣ ਦੱਸ ਰੈਜ਼ਿਸਟੈਂਸ ਕਿੱਧਰ ਨੂੰ ਕਰੰਟ ਹੋਏਗਾ ਤੇ ਕਿੰਨਾ? ਕਿਸੇ ਪਾਸੇ ਵੀ ਨਹੀਂ ਹੋਣਾ। ਹੋਣਾ ਹੀ ਨਹੀਂ ਹੈ ਫਿਰ।
ਹੁਣ ਤੂੰ ਕਹੇਗਾ ਵੀ आप भेजे कोई भेजूगा ही नहीं करंट पीडीएफ क्यों प्रोटॉन भेजूगा भाई भेज ही नहीं पाऊगा ओवरऑल पूरे सर्किट का ईएमएफ 0 है इत्थे ਇਹ ਦੋਨੋਂ ਬੈਟਰੀਜ਼ ਇੱਕ ਦੂਜੇ ਨੂੰ ਆ ਰੈਜ਼ਿਸਟੈਂਸ ਹੁਣ ਭਾਵੇਂ 50 ਕਰਦੇ 100 ਕਰਦੇ ਬੈਟਰੀ ਨੂੰ ਕੋਈ ਫਰਕ ਨਹੀਂ ਪੈਂਦਾ ਕਲੀਅਰ ਹਾਂਜੀ ਸੋ ਆ ਗੱਲ ਦਾ ਧਿਆਨ ਰੱਖਣਾ ਇਹ ਬੜੀ ਇੰਪੋਰਟੈਂਟ ਗੱਲ ਹੈ ਸਭ ਨੂੰ ਸਮਝ ਲੱਗੀ ਗੱਲ Yes, sir. Yes, sir. ਹੁਣ ਦੇਖੋ ਕੁਐਸਚਨ ਮੰਨ ਲੈਨੇ ਆਪਾਂ ਮੰਨ ਲਓ n ਆਈਡੈਂਟੀਕਲ ਬੈਟਰੀਜ਼ ਦਾ ਮਤਲਬ ਹੁੰਦਾ ਆ ਜਿਹੜੀ ਬੈਟਰੀਜ਼ ਦਾ EMF ਵੀ ਸੇਮ ਆ ਤੇ ਜਿਨ੍ਹਾਂ ਦਾ ਇੰਟਰਨਲ ਰੈਜ਼ਿਸਟੈਂਸ ਵੀ ਸੇਮ ਹੈ n ਆਈਡੈਂਟੀਕਲ ਬੈਟਰੀਜ਼ ਈਚ ਆਫ ਇਹਦਾ ਸਵਾਲ ਦਾ ਜਵਾਬ ਹੈ ਉਹ ਤੁਸੀਂ ਦੇਣਾ ਗੁਰਾਂਸ਼ ਧਿਆਨ ਨਾਲ ਦੇਖੋ ਇਹਨੂੰ and internal resistance small r are connected in series with two of the batteries in reverse polarity. Now these batteries, a combination of these batteries, are connected to external resistance R. Find current in R. सोचो सारे जने कि टोटल n बैटरियां ने ठीक है वो n बैटरियां दे विचों अपने कोल मान लो आ किसी उच लगा दो तुसी पोलैरिटी आ लगाती ये एक बैटरी है एदी EMF इन्नी है एदी इंटरनल इन्नी है इस तो आगे वाली बैटरी दी आगे अगला जेड़ा सेल है दूजा सेल कहना चाहिए वैसे बैटरी दी कहना सेल्स इज बेटर वर्ड चलो हुन फिलहाल ते एदी EMF एदा रेजिस्टेंस फिर अगली बैटरी या अगला सेल EMF रेजिस्टेंस इस तरह चली जा रहा है काम ठीक है लास्ट तक फिर EMF आ रेजिस्टेंस फिर एंड च जाके की हुंदा दो बैटरियां जड़ियां ना वो पुठियां लाइयां हुई इस तरह रेजिस्टेंस है आइडेंटिकल ने रेजिस्टेंस आपने बैटरियां इन्हां नूं फिर लगाया होया आपां एक एक्सटर्नल रेजिस्टेंस दे नाल हुण देखदे हां तुहाडे च कौन जवाब दिंदा दसो करंट कितना आएगा हाउ कैन यू कैलकुलेट द करंट बोलो हाँ जी गुरांश सर सीधा इक्वेशन दे दूं हाँ हाँ सीधे दो दे हाँ जी सर I bracket R plus NR equals to NE minus 2E. I bracket R plus NR हाँ bracket of equals to NE minus 2E. NE minus 2E. ये तो गलत है हाँ जी और कोई दसो भाई और कोई मानी सर ਜਿਹੜੇ ਬਲੈਕ ਵਾਲੇ ਬੈਟਰੀਜ਼ ਲਗਾਈਆਂ ਨੇ ਉਹ ਅਲੱਗ ਸੀਰੀਜ਼ 'ਚ ਨੇ ਜਿਹੜੇ ਰੈੱਡ ਵਾਲੇ ਲਗਾਏ ਨੇ ਉਹ ਅਲੱਗ ਸੀਰੀਜ਼ 'ਚ ਨੇ ਇਹਨਾਂ ਦੀਆਂ ਅਲੱਗ-ਅਲੱਗ ਸੀਰੀਜ਼ ਫਾਈਂਡ ਕਰਕੇ ਦੋਹਾਂ ਦਾ ਪੈਰਲਲ ਨਾਲ ਆਪਾਂ EMF ਕੱਢ ਲਾਂਗੇ ਫਾਈਨਲ पैरेलल किहदे नाल कर रही है तू इनू एक ही सर्किट है एक ही सब कुछ है किवें मतलब हाँ जी योगेश सर आपका लिखते n-2 हाँ हाँ लिखा n-2 होल ब्रैकेट E हाँ E डिवाइडेड बाय हाँ सर RN प्लस R नहीं स्मॉल RN हाँ आ गया इज इक्वल टू I इज इक्वल टू I चलो आ भी गलत है सोचो कितने गलती कर n बैटरीज ने टोटल सोचो
ਹੁਣ ਇਹਦਾ ਮਤਲਬ ਤਾਂ ਯੋਗੇਸ਼ ਤੂੰ ਇਹ ਕਹਿ ਰਿਹਾ ਕਿ ਆ ਜਿਹੜੀ ਬੈਟਰੀ ਸਿੱਧੀਆਂ ਲਾਈਆਂ ਉਹਨਾਂ ਨੇ ਜਿਹੜੀ ਪੁੱਠੀਆਂ ਲਾਈਆਂ ਉਹਨਾਂ ਦਾ ਕੁਝ ਹੋ ਹੀ ਨਹੀਂ ਰਿਹਾ ਉਹਨਾਂ ਨਾਲ। ਸਰ ਉਹ ਦੋ ਬੈਟਰੀ ਨੂੰ ਕੈਂਸਲ ਨਹੀਂ ਕਰ ਦੇਣਗੇ, ਉਹਨਾਂ ਦਾ ਦੋ ਬੈਟਰੀ ਨਹੀਂ ਹੋਣਗੀਆਂ ਵਿੱਚ। ਉਹ ਦੋ ਬੈਟਰੀਜ਼ ਮਿਲ ਕੇ ਕਿਹਨੂੰ ਕੈਂਸਲ ਕਰ ਦੇਣਗੀਆਂ? ਕਿੰਨੀਆਂ Sir, ਬੈਟਰੀਜ਼ ਕੈਂਸਲ ਕਰ ਦੇਣਗੀਆਂ? ਦੋ ਨੂੰ ਕਰਨਗੇ। ਤੇ ਟੋਟਲ ਫਿਰ ਕਿੰਨੀਆਂ ਬਚੀਆਂ? ਹਾਂਜੀ ਸਰ 4 ਆਣਾ ਹੈ। ਹਾਂ ਇੱਥੇ 4 ਆਣਾ ਹੈ। ਹਾਂਜੀ ਪਤਾ ਲੱਗ ਗਈ ਗੱਲ? ਹਾਂਜੀ ਸਰ। ਹੁਣ ਠੀਕ ਹੈ, ਸਿੱਧਾ ਮਾਮਲਾ ਯਾਰ, ਹੱਦ ਹੋ ਗਈ। ਤੁਸੀਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਇੰਨਾ ਕਿਉਂ ਇੰਨਾ ਉਲਝੇ ਇਹਦੇ ਵਿੱਚ। ਗੁਰਾਂਜ ਤੈਨੂੰ ਪਤਾ ਨਹੀਂ ਲੱਗੀ ਗੱਲ? ਨਹੀਂ। ਟੋਟਲ n ਬੈਟਰੀਆਂ ਸੀਗੀਆਂ, ਦੋ ਪੁੱਠੀਆਂ ਲਾਤੀਆਂ, ਜਿਹੜੀਆਂ ਦੋ ਪੁੱਠੀਆਂ ਲਾਈਆਂ ਉਹ ਦੋ ਸਿੱਧੀਆਂ ਨੂੰ ਵੀ ਨਾਲ ਲੈ ਗਈਆਂ ਕਿ ਨਹੀਂ? ਹਾਂਜੀ ਠੀਕ ਹੈ sir, ਹਾਂਜੀ ਰੈਜ਼ਿਸਟੈਂਸ ਸਾਰਾ ਚਾਰਾਂ ਦੀ ਕੰਮ ਕਰੂਗੀ, ਪਰ ਚਾਰਾਂ ਦਾ EMF ਖਤਮ ਹੋ ਗਿਆ ਹਾਂਜੀ ਤੇ ਫਿਰ ਉਹ ਚ ਰਹਿ ਕੀ ਗਿਆ? ਫਿਰ n-4 ਰਹਿ ਗਈਆਂ ਨਾ ਟੋਟਲ। ਹਾਂਜੀ ਸਰ ਹਾਂਜੀ। ਹਿਮਾਨੀ ਸਰ ਮੈਂ ਵੀ ਇਹ ਕਹਿ ਰਹੀ ਸੀ ਸਰ, ਕਿੱਥੇ ਕਹਿ ਰਹੀ ਸੀ n-4 ਦੀ ਜਾਂ ਤੂੰ ਪਰ ਦੇਖੋ ਸਰ ਆਪਾਂ ਇੱਕ ਸੀਰੀਜ਼ ਵਾਲਾ ਫਾਰਮੂਲਾ ਕੱਢਿਆ ਸਰ, ਇੱਕ ਹੈ ਨਾ ਰਿਵਰਸ ਪੋਲੈਰਿਟੀ ਵਾਲਾ। ਸੋ ਰਿਵਰਸ ਪੋਲੈਰਿਟੀ ਵਾਲੇ ਚ ਆਪਾਂ ਹਾਇਰ ਨੂੰ ਕਨੈਕਟ ਕੀਤਾ ਤੇ ਇੱਕ ਤਰ੍ਹਾਂ ਪੈਰਲਲ ਚ। ਤੂੰ ਐ ਕਹਿ ਰਹੀ ਸੀ ਅੱਛਾ ਇਹਨਾਂ ਨੂੰ ਐ ਕਰਕੇ ਇਹ ਪਹਿਲਾਂ ਤਾਂ n-2e ਇਹਦਾ EMF ਆ ਜਾਊਗਾ ਤੇ ਇਹਦਾ ਇੰਟਰਨਲ ਰੈਜ਼ਿਸਟੈਂਸ ਆ ਜਾਊਗਾ n-2 ਟਾਈਮਸ ਸਮਾਲ r। ਇਹਦੇ ਨਾਲ ਫਿਰ ਅਸੀਂ ਦੂਜੀ ਬੈਟਰੀ ਜਿਹੜੀ ਆ ਉਹ ਦੋਨਾਂ ਨੂੰ ਇਕੱਠੀਆਂ ਕਰਕੇ ਪੁੱਠਾ ਜੋੜ ਦਈਏ ਇਸ ਤਰ੍ਹਾਂ, ਇਹ ਆ ਜਾਊਗਾ 2e ਤੇ ਇਹਦਾ ਆਊਗਾ ਉਹ 2r ਤੇ ਇਹਨਾਂ ਨੂੰ ਜੋੜੀਏ। ਆ ਕਹਿ ਰਹੀ ਸੀ? ਸਰ ਤੁਸੀਂ ਕੀ ਕੀਤਾ ਮੈਨੂੰ ਸਮਝ ਨਹੀਂ ਆਇਆ ਇਹ। ਮਤਲਬ ਤੂੰ ਕੀ ਕਹਿ ਰਹੀ ਸੀ? ਫਿਰ ਦੱਸ ਕਿਵੇਂ ਤੂੰ ਇਸ ਆਨਸਰ ਤੱਕ ਪਹੁੰਚ ਰਹੀ ਸੀ? ਦੱਸ। ਸਰ ਮੈਂ ਵੀ ਕਹਿ ਰਹੀ ਸੀ ਜਿਹੜੀ ਬਲੈਕ ਵਾਲੀ ਹੈ ਉਹਨਾਂ ਦੀ EMF ਆ ਜਾਊਗੀ NE। ਕਿਉਂ ਆ ਜੂਗੀ ਇੰਨੀ? ਟੋਟਲ ਬੈਟਰੀਜ਼ n ਸੀਗੀਆਂ, ਉਹਨਾਂ ਚ ਦੋ ਤਾਂ ਉਹ ਪੁੱਠੀਆਂ ਜੋੜੀਆਂ ਹੋਈਆਂ ਨੇ। ਕਿਉਂ ਤੁਸੀਂ ਸੋਚ ਰਹੇ ਹੋ ਇਸ ਤਰ੍ਹਾਂ? ठीक है सर, ठीक है। मैं N वाले के लिए ब्लैक मान रही हूँ, उन तो अलावा रेड वाली है मान रही हूँ। ना उस इस तरह नहीं हैगा, उस तो अलावा नहीं है। तो ऊपर देखो n identical batteries each of EMF E and internal are connected in series with two of the batteries in reverse polarity। अंग्रेजी सीख लो थोड़ी जी, मेरे तो ना ही सीखो अंग्रेजी वाले मैडम तो सीख लियो, पर इत्थे मैं फिजिक्स समझा सकता बस तुहानू कि इत्थे अंग्रेजी की कह की रहे ने दा मतलब समझाया सर? हाँ जी सर। ना उन्होंने फुल स्टॉप आया कि the n identical batteries are connected in series with same polarity comma and two more batteries are connected in the reverse polarity with the same ऐ क्या होने उस n ਦੇ ਵਿੱਚੋਂ ਹੀ ਦੋ ਪੁੱਠੀਆਂ ਨੇ। ਸਿੱਧਾ ਇਹ ਮਾਮਲਾ ਵਾ, ਇਹਨੂੰ ਲੈ ਕੇ ਐਵੇਂ ਬੈਠੇ ਹੋ। ਹੁਣ ਪਤਾ ਲੱਗੀ ਗੱਲ ਈਮਾਨੀ? हाँ जी सर, हाँ जी। ਚਲੋ ਆਹ ਹੋ ਗਿਆ ਬੈਟਰੀਜ਼ ਨੂੰ ਜੇ ਸੀਰੀਜ਼ ਲਗਾਉਣਾ ਹੈ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਇਹ ਕਿਵੇਂ ਕੰਮ ਕਰਦੇ ਨੇ। ਹੁਣ ਆ ਗਈਆਂ ਬੈਟਰੀਜ਼ ਇਨ ਪੈਰਲਲ ਜੇ ਲਗਾਈ ਆਪਾਂ, ਬੈਟਰੀਜ਼ ਇਨ ਪੈਰਲਲ। ਦੇਖੋ ਇੱਕ ਗੱਲ ਯਾਦ ਰੱਖਿਓ, ਬੈਟਰੀਜ਼ ਇੱਕ ਤੋਂ ਵੱਧ ਕੀ ਹੈ ਨਾ, ਜਦੋਂ ਤੁਹਾਡਾ ਜਿਹੜਾ KVL ਹੈ ਉਹ ਤਾਂ ਕੰਮ ਕਰਦਾ ਹੀ ਕਰਦਾ ਹੈ, ਉਹ ਤਾਂ ਤੁਹਾਨੂੰ ਕਦੇ ਧੋਖਾ ਦਿੰਦਾ ਹੀ ਨਹੀਂ ਹੈ। ਇਸ ਲਈ KVL ਨੂੰ ਦਿਮਾਗ 'ਚ ਰੱਖਾਂਗੇ, ਪਰ ਇੱਥੇ ਮੈਂ ਥੋੜਾ ਤੇਜ਼ ਕੰਮ ਕਰਨ ਲਈ ਆਪਾਂ ਥੋੜਾ ਹੋਰ ਸ਼ਾਰਟ ਟੈਕਨੀਕਸ ਲਈ ਉਹਦੇ ਆਪਾਂ ਕਰ ਰਹੇ ਹਾਂ। बैटरीज पैरेलल च लगा दिए जी, दो बैटरीज, यानी कि एक बैटरी है ਉਹਦਾ EMF ਹੈਗਾ E1, ਇਹਦੇ ਨਾਲ ਇੰਟਰਨਲ ਰੈਜ਼ਿਸਟੈਂਸ ਹੈਗੀ ਹੈ ਮੰਨ ਲਓ R1, ਇੱਕ ਬੈਟਰੀ ਹੋਰ ਆ ਉਹਦਾ EMF ਹੈਗਾ E2, ਇਹਦੇ ਨਾਲ ਇੰਟਰਨਲ ਰੈਜ਼ਿਸਟੈਂਸ ਲਗਾ ਦਈਏ ਆਪਾਂ R2 ਤੇ ਆਪਾਂ ਇਹਨਾਂ ਦੋਨਾਂ ਨੂੰ ਪੈਰਲਲ ਚ ਜੋੜ ਦਈਏ ਕਿਸੇ ਹੋਰ ਸਰਕਟ ਨੂੰ ਸਪਲਾਈ ਦੇਣ ਦੇ ਲਈ। ਕਹਿਣ ਦਾ ਭਾਵ ਇੱਥੋਂ ਦਵਾਂਗੇ ਸਪਲਾਈ ਨਾ, ਆਰ ਜਿਹੜੀ ਸਾਈਡ ਤੇ ਕੱਢੇ ਹੋਏ। ਹੁਣ ਸਮਝ ਲੱਗੀ ਗੱਲ? हाँ जी सर। क्वेश्चन समझा करो, गल की चल रही, विषय की चल रहा। आ एक एक्सटर्नल रेजिस्टेंस बाहर हैगी है R, पखा वा कूलर आ या की आ मैनू नहीं पता, ठीक है। इनू मैं इहदे नाल जोड़ के इत्थे करंट देना चाहना वा दोनों बैटरियां तो पहला जिवें देखो करंट देना चाहता सी सीरीज च लगा के, है ना। किधर गया? आ देखो, है ना, इत्थों इन्हां दोनों बैटरी नूं सीरीज च ला के इन्हां तो मैं बाहर वाले सर्किट नूं करंट दे रहा सी, ਤਾਂ EMF ਕਿਵੇਂ ਆਊਗਾ? ਸਿੱਧਾ ਐਡ ਹੋ ਗਿਆ ਇੱਥੇ ਜਾਂ ਸਬਟ੍ਰੈਕਟ ਹੋ ਜਾਊਗਾ ਡਿਪੈਂਡਿੰਗ ਅਪਨ ਦ ਪੋਲੈਰਿਟੀ। ਤੇ ਇੰਟਰਨਲ ਰੈਜ਼ਿਸਟੈਂਸ ਜਿਹੜੀ ਆ ਉਹ ਵੀ ਐਡ ਹੋ ਜਾਂਦੀ ਹੈ ਚਾਹੇ ਜਿਹੜੀ ਮਰਜ਼ੀ ਪੋਲੈਰਿਟੀ ਚ। ਕਲੀਅਰ? ਇਹਦਾ ਅਗਲਾ ਵਰਜ਼ਨ ਹੈ ਕਿ ਜੇ ਦੋ ਬੈਟਰੀਜ਼ ਨੂੰ ਪੈਰਲਲ ਚ ਲਗਾਤਾ ਤੇ ਬਾਹਰ ਕਿਸੇ ਸਰਕਟ ਦੇਣਾ ਹੈ
ਲੋਡ ਰੈਜ਼ਿਸਟੈਂਸ R ਨੂੰ ਤੁਸੀਂ ਦੇਣਾ ਹੈ ਕਰੰਟ, ਤੇ ਮੰਨ ਲਓ ਇਹ ਦੇ ਰਿਹਾ ਇਹਨੂੰ ਕਰੰਟ ਮਿਲ ਕੇ I, ਤਾਂ ਇਹਦੇ ਇਕੁਇਵਲੈਂਟ ਸਰਕਟ ਮੈਂ ਕਿਵੇਂ ਕਹੂੰਗਾ, ਕਿਵੇਂ ਬਣੇਗਾ? ਮੈਂ ਕਹੂੰਗਾ ਵੀ ਇਹਦੇ ਇਕੁਇਵਲੈਂਟ ਜੇ ਇੱਕ ਹੀ ਬੈਟਰੀ ਹੋਵੇ ਕੋਈ ਜਿਹਦਾ EMF ਇੰਨਾ ਹੋਵੇ ਤੇ ਜਿਹਦਾ ਇੰਟਰਨਲ ਰੈਜ਼ਿਸਟੈਂਸ ਇੰਨਾ ਹੋਵੇ, ਤਾਂ ਉਹ ਵੀ ਜੇ ਮੈਂ ਸੇਮ ਹੀ ਬੈਟਰੀ ਨੂੰ ਲਗਾਵਾਂ, ਸੌਰੀ ਸੇਮ ਹੀ ਲੋਡ ਰੈਜ਼ਿਸਟੈਂਸ ਨੂੰ ਲਗਾਵਾਂ, ਤੇ ਮੈਨੂੰ ਜੇ ਉਹ ਸੇਮ ਹੀ ਕਰੰਟ ਦੇਵੇ ਤਾਂ ਮੰਨਿਆ ਜਾਊਗਾ ਨਾ ਕਿ ਉਹ ਆਵਲਾ ਇਕੁਇਵਲੈਂਟ ਆ ਉਹਦੇ, ਹੈ ਕਿ ਨਹੀਂ? ਯੈਸ ਸਰ। ਠੀਕ ਹੈ। ਸੋ ਹੁਣ ਇੱਥੇ ਦੇਖ ਲਓ ਤੁਸੀਂ ਇਹਨੂੰ ਤੁਸੀਂ ਕਿਵੇਂ ਮਤਲਬ ਮੈਨੇਜ ਕਰਦੇ ਹੋ। ਹੁਣ ਜੇ ਮੈਂ ਆਹ ਵਾਲਾ ਪੁਆਇੰਟ ਕਹਿ ਦਵਾਂ A ਹੈ ਤੇ ਆਹ ਪੁਆਇੰਟ B ਹੈ, ਮੰਨ ਲਓ ਲੈਟ ਇਟ ਬੀ ਪੁਆਇੰਟ A, ਇਟ ਬੀ ਪੁਆਇੰਟ B, ਤੇ ਤੁਸੀਂ ਇਸ ਨੂੰ ਕਿਵੇਂ ਲੈ ਕੇ ਚੱਲੋਗੇ ਜੇ ਦੋਨੋਂ ਬੈਟਰੀਜ਼ ਨੂੰ ਤੁਸੀਂ ਪੈਰਲਲ 'ਚ ਲਗਾਇਆ? ਪਹਿਲੀ ਗੱਲ ਤਾਂ ਇਹ ਹੈ ਕਿ A ਪੁਆਇੰਟ ਤੇ B ਪੁਆਇੰਟ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਸੇਮ ਹੀ ਹੋਏਗਾ ਨਾ, ਚਾਹੇ ਮੈਂ ਉੱਪਰੋਂ ਦੀ ਜਾਵਾਂ ਚਾਹੇ ਨੀਚੇ ਦੀ ਜਾਵਾਂ, ਹੈ? ਯੈਸ ये VA माइनस VB तो सेम ही होएगा चाहे मैं जेडे मर्जी उसको जावा। जिवें मैं कह देवां कि जिवें VA माइनस VB जिहड़ा आ, मैं VA ਨੂੰ ਜ਼ਿਆਦਾ ਮੰਨ ਕੇ ਚੱਲਦਾ क्योंकि पॉजिटिव टर्मिनल बैटरी जुड़े हुए हैं, ठीक है। VA माइनस VB जिहड़ा आ वो बेसिकली अपना किहदे बराबर होएगा? जे मैं ਉੱਪਰੋਂ ਦੇਖਾਂ, ਉੱਪਰ ਵਾਲੇ ਸਰਕਟ ਚੋਂ ਦੇਖਾਂ, ਜਿਵੇਂ ਕਿ ਤੁਸੀਂ ਇਧਰੋਂ ਜਾ ਕੇ ਦੇਖੋ, ਮੈਂ ਤੁਹਾਨੂੰ ਬਹੁਤ ਫਾਸਟ ਵੀ ਦੱਸ ਸਕਦਾ, ਇਧਰੋਂ ਜਾ ਰਿਹਾ ਮੈਂ ਮੰਨ ਲਓ A B ਤੱਕ, ਤੇ ਮੈਂ ਲਗਾ ਉਵੇਂ ਰਿਹਾ, ਉਹ ਮੈਂ ਸਮਝਾਇਆ ਸੀ ਨਾ ਉਦੋਂ ਜੋ 50 ਰੁਪਏ ਲੈ ਕੇ ਮੇਲੇ ਨੂੰ ਚੱਲੇ ਸੀ, ਤੇ ਵਿੱਚ ਖਰਚ ਵੀ ਹੋ ਰਹੇ ਸੀ, ਵਿੱਚ ਪੈਸੇ ਮਿਲ ਵੀ ਰਹੇ ਸੀ, ਐ ਕਰਕੇ। ਸੋ ਤੁਸੀਂ VA ਤੋਂ ਚੱਲੋ, ਅਗਰ ਦੇਖੋ VA ਤੋਂ ਚੱਲੋ, VA ਰਸਤੇ 'ਚ ਉੱਪਰੋਂ ਜਾ ਰਹੇ ਹੋ, ਬੈਟਰੀ ਆ ਗਈ ਨਾ ਰਸਤੇ 'ਚ, ਹਾਇਰ ਟੂ ਲੋਅਰ ਮਾਈਨਸ E1 ਆਏਗਾ। ਯੈਸ ਸਰ। ਤੇ ਤੁਸੀਂ ਇਹ ਮੰਨ ਕੇ ਚੱਲ ਰਹੇ ਹੋ ਬੇਸਿਕਲੀ ਕਿ ਆਹ ਬੈਟਰੀ ਜਿਹੜੀ ਹੈ ਇਹ ਆਪਣਾ ਕੋਈ ਕਰੰਟ ਦੇ ਰਹੀ ਹੈ ਇੱਥੇ I1, ਹਨਾ? ਆਹ ਬੈਟਰੀ ਆਪਣਾ ਵੱਖਰਾ ਕਰੰਟ ਦੇ ਰਹੀ ਹੈ, ਮੰਨ ਲਓ I2, ਉਹ ਦੋਨੋਂ ਕਰੰਟ ਮਿਲ ਕੇ ਜਾ ਕੇ I ਬਣਾ ਰਹੇ ਨੇ। ਇਸ ਕੇਸ ਪਿਛਲੇ ਕੇਸ ਨਹੀਂ ਸੀਗਾ ਇਹ, क्लियर है गल? यस ਇਹ ਮੁੜ ਕੇ ਇੱਥੇ I1 ਇਕੱਠਾ ਹੋ ਰਿਹਾ, ਇੱਥੇ I2 ਇਕੱਠਾ ਹੋ ਰਿਹਾ, ਆ ਗੱਲਾਂ ਤਾਂ ਪਤਾ ਹੋਣੀ ਚਾਹੀਦੀਆਂ ਨੇ ਹੁਣ ਸਾਨੂੰ। ਤੇ ਫਿਰ VA ਮਾਈਨਸ VB ਕਰਦੇ ਹੋਏ ਜੇ ਮੈਂ ਇੱਥੇ ਲਿਖਾਂ ਜੋ ਮੈਂ ਇੱਥੇ ਲਿਖ ਰਿਹਾ ਸੀ, ਦੇਖੋ E1 ਆਏਗਾ ਤੇ ਇਹ ਆਏਗਾ, ਫਿਰ ਨਾਲ ਕੀ ਆਏਗਾ? प्लस की माइनस, प्लस I1 R1 आएगा इज इक्वल टू सीधा VB पे पहुंच गए ना? क्लियर है? Yes, sir. ਯੈਸ ਤਾਂ VA ਮਾਈਨਸ VB ਜੇ ਉੱਪਰਲੀ ਬੈਟਰੀ ਤੋਂ ਜਾਵਾਂ ਤਾਂ ਬੇਸਿਕਲੀ ਉਹ ਬਣ ਗਿਆ ਮੇਰਾ this ਮਾਈਨਸ this, ਹਨਾ? ਜਾਂ ਫਿਰ ਇਹਨੂੰ ਪੋਟੈਂਸ਼ੀਅਲ ਡਿਫਰੈਂਸ ਨੂੰ ਤੁਸੀਂ V ਨਾਮ ਰੱਖ ਦਿਓ, ਇਹ ਬਣ ਗਿਆ this ਮਾਈਨਸ this। ਤੇ ਜੇ ਮੈਂ ਗੱਲ ਕਰਾਂ ਨੀਚੋਂ ਦੀ, ਇਧਰੋਂ ਦੀ ਆ ਬੈਟਰੀ ਤੋਂ ਜਾਓਗੇ ਜੇ, ਤਾਂ ਬੇਸਿਕਲੀ ਬਿਲਕੁਲ ਸਿਮਿਲਰ ਰਿਜ਼ਲਟ ਆਏਗਾ ਨਾ ਫਿਰ ਇਸ ਤਰ੍ਹਾਂ E2 ਮਾਈਨਸ I2 R2। ਕਲੀਅਰ ਹੈ? यस सर। ਜੇ ਮੈਂ ਇੱਥੇ ਟੋਟਲ ਕਰੰਟ ਦੀ ਗੱਲ ਕਰਨਾ ਚਾਹੁੰਦਾ ਤਾਂ ਬੇਸਿਕਲੀ ਮੈਨੂੰ ਕਰੰਟ ਪਤਾ ਕਰਨਾ ਪੈਣਾ, ਉੱਪਰ ਵਾਲੀ ਬੈਟਰੀ ਦਾ ਅਲੱਗ, ਨੀਚੇ ਵਾਲੀ ਬੈਟਰੀ ਦਾ ਅਲੱਗ, ਤਾਂ ਉਹ ਆਪਾਂ ਨੂੰ ਇਹਨਾਂ ਦੋਨੋਂ ਇਕੁਏਸ਼ਨਸ ਤੋਂ ਮਿਲਣਗੇ ਕਰੰਟਸ। ਤੇ ਉਹ ਕਰੰਟ ਕਿਵੇਂ ਮਿਲਣਗੇ? ਦੇਖੋ ਇੱਥੋਂ ਆਏਗਾ ਤੁਹਾਡਾ I1 ਕਿਹਦੇ ਬਰਾਬਰ ਆਏਗਾ? E1 ਬਾਈ R1 ਮਾਈਨਸ V ਬਾਈ R1। ਕਲੀਅਰ ਹੈ? ਇੱਥੇ ਤੁਹਾਡਾ I2 ਆਏਗਾ E2 ਬਾਈ R2 ਮਾਈਨਸ V ਬਾਈ R2। ਇਹਨੂੰ ਕਰਕੇ ਦੇਖ ਲਓ, ਠੀਕ ਹੈ ਜੀ ਗੱਲ? Yes, sir. ਇੱਥੇ ਇਹਦਾ I ਕਰੰਟ ਆਏਗਾ ਸਿੱਧਾ ਹੀ ਇੱਥੋਂ ਇੱਥੇ ਇੱਥੇ ਜ਼ਿਕਰ ਹੀ ਨਹੀਂ ਕਰ ਸਕੋਗੇ I1 I2 ਦਾ ਆਪਣੇ ਇਕੁਇਵਲੈਂਟ ਵਾਲੇ ਸਰਕਟ 'ਚ। ਇੱਥੇ ਤਾਂ I1 I2 ਕੁਝ ਹੈ ਹੀ ਨਹੀਂ ਹੈ, ਤਾਂ ਸਿੰਗਲ ਬੈਟਰੀ ਹੈ। I ਕਿਹਦੇ ਬਰਾਬਰ ਆਏਗਾ? ਫਿਰ ਸਿੱਧਾ ਹੀ ਆਏਗਾ ਆ E ਇਕੁਇਵਲੈਂਟ ਓਵਰ R ਪਲੱਸ R ਇਕੁਇਵਲੈਂਟ ਆਪਣੇ। ਪਰ ਨਹੀਂ ਤੁਸੀਂ ਇਹਨੂੰ V ਦੇ ਫਾਰਮ 'ਚ ਕਰੋ ਨਾ, V ਦੇ ਫਾਰਮ 'ਚ ਲੈ ਕੇ ਆਓ, ਜਿਵੇਂ ਆ V ਦੀ ਫਾਰਮ 'ਚ ਲੈ ਕੇ ਆਓ। ਜਿਹੜਾ ਜੇ ਕਰੰਟ ਸੇਮ ਹੈ ਇਹਦੇ ਅਕ੍ਰੋਸ ਤਾਂ VA ਮਾਈਨਸ VB ਇਹਦੇ ਅਕ੍ਰੋਸ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੋਏਗਾ ਇਹਦੇ ਅਕ੍ਰੋਸ ਸੇਮ ਹੀ ਆਏਗਾ ਨਾ। ਤਾਂ ਇੱਥੇ V ਕਿਹਦੇ ਬਰਾਬਰ ਆਏਗਾ? ਦੇਖੋ E ਇਕੁਇਵਲੈਂਟ ਮਾਈਨਸ I into R ਇਕੁਇਵਲੈਂਟ, ਬਲਕਿ ਉਸੇ ਤਰ੍ਹਾਂ ਚਲੋ ਜਿਸ ਤਰ੍ਹਾਂ ਆਪਾਂ ਚੱਲ ਰਹੇ ਸੀ। ਆ A ਪੁਆਇੰਟ ਤੇ B ਪੁਆਇੰਟ ਦੇ ਵਿੱਚ, A ਪੁਆਇੰਟ ਤੋਂ B ਪੁਆਇੰਟ ਤੱਕ ਜਾਂਦੇ ਹੋਏ ਉੱਪਰੋਂ ਐ ਕਰਕੇ ਬਣਾਓ ਤੇ ਇਧਰੋਂ ਕਰੰਟ I ਲੈ ਕੇ ਆਓ, ਬਿਲਕੁਲ ਉਵੇਂ ਜਿਵੇਂ ਆ ਯੈਲੋ ਕਲਰ ਨਾਲ ਲਿਖਿਆ ਨਾ ਮੈਂ ਉੱਪਰ, ਬਿਲਕੁਲ ਆਹੀ ਚੀਜ਼ ਇੱਥੇ ਅਪਲਾਈ ਕਰ ਲਿਓ। ਆ ਬਣ ਗਿਆ V ਇਕੁਅਲ ਟੂ E ਇਕੁਇਵਲੈਂਟ ਮਾਈਨਸ I into R ਇਕੁਇਵਲੈਂਟ। ਇੱਥੋਂ I ਕਿਹਦੇ ਬਰਾਬਰ ਆਇਆ? ਦੇਖੋ E ਇਕੁਇਵਲੈਂਟ ਬਾਈ R ਇਕੁਇਵਲੈਂਟ ਮਾਈਨਸ V ਬਾਈ R ਇਕੁਇਵਲੈਂਟ। ਸਿਰਫ ਆ ਗੱਲ ਦੱਸੋ ਸਭ ਨੂੰ ਸਮਝ ਲੱਗੀ ਹੈ ਕਿ ਨਹੀਂ? ਬੋਲੋ।
ਕਲੀਅਰ ਹੈ ਕਿ ਨਹੀਂ? ਕੋਈ ਕੁਝ ਬੋਲਦਾ ਹੀ ਨਹੀਂ ਹੈ। ਮੈਂ ਹੁਣ ਪੁੱਛ ਰਿਹਾ, ਫਿਰ ਉਹੀ ਗੱਲ, ਸਾਰੇ ਮੁੜ ਕੁੜ ਕੇ ਉੱਥੇ ਸੋ ਜਾਂਦੇ ਹੋ। ਕਿਸੇ ਦੀ ਇੱਕ ਦੀ ਆਵਾਜ਼ ਨਹੀਂ ਆਈ, ਸਾਰਿਆਂ ਦੇ ਮਾਈਕ ਖਰਾਬ ਹੋ ਗਏ ਹਾਂਜੀ ਸਰ। ਹੈ? ਨਹੀਂ ਮਤਲਬ ਸੁਣਦੇ ਪਏ ਸਰ। ਹਾਂ ਸੁਣਦੇ ਪਏ ਤਾਂ ਬੋਲਦੇ ਕਿਉਂ ਨਹੀਂ ਪਏ ਫਿਰ? ਮੈਂ ਬੋਲ ਹਾਂਜੀ। ਕੇ ਮੈਂ ਬਾਰ-ਬਾਰ ਨਾਮ ਲੈ ਰਿਹਾ, ਬਾਰ-ਬਾਰ ਕਹਿ ਰਿਹਾ, ਮਤਲਬ ਕੋਈ ਕੁਝ ਬੋਲਦਾ ਹੀ ਨਹੀਂ ਪਿਆ, ਜਾਂ ਨੀਂਦ ਆਈ ਹੋਈ ਹੈ ਸਾਰਿਆਂ ਨੂੰ? ਨਹੀਂ ਸਰ ਸਮਝਦੇ ਪਏ ਹਾਂ ਮਤਲਬ ਹੌਲੀ ਤਾਂ ਮੈਂ ਜਦੋਂ ਮੈਂ ਪੁੱਛ ਰਿਹਾ ਕੋਈ ਕਹਿ ਰਿਹਾ ਤਾਂ ਨਾਲ ਬੋਲ ਦਿਆ ਕਰੋ ਮੈਨੂੰ, ਹਾਂਜੀ ਆ ਗੱਲ ਪਤਾ ਲੱਗ ਗਈ ਹੈ, ਫਿਰ ਮੈਂ ਅੱਗੇ ਕਰਾਂ ਗੱਲ। ਫਿਰ ਨਹੀਂ ਤਾਂ ਕਹਿੰਦੇ ਪਿੱਛੇ ਕੋਈ ਰਹਿ ਗਈ ਚੀਜ਼ 10 ਪੇਜ ਪਿੱਛੇ। ਹੁਣ ਦੇਖੋ ਆ I1 ਮੈਂ ਜਾਣਬੁੱਝ ਕੇ ਇੱਥੇ I1 ਦੀ ਫਾਰਮ 'ਚ V ਨੂੰ ਕੱਢਿਆ ਕਿਉਂਕਿ R ਦੇ ਵਿੱਚੋਂ I ਕਰੰਟ ਜਾ ਰਿਹਾ ਵਾ, ਇੱਥੇ ਵੀ R ਵਿੱਚੋਂ I ਕਰੰਟ ਹੀ ਜਾ ਰਿਹਾ ਵਾ, ਠੀਕ ਹੈ। ਇੱਥੇ ਆਪਾਂ ਜਾਣਬੁੱਝ ਕੇ I1 ਤੇ I2 ਦੀ ਫਾਰਮ ਦੇ ਵਿੱਚ ਇਹ ਕੱਢਿਆ ਤਾਂ ਕਿ ਆਪਾਂ I1 ਤੇ I2 ਦਾ ਐਕਸਪ੍ਰੈਸ਼ਨ ਪਤਾ ਕਰ ਸਕਦੇ ਹੋਈਏ ਇੱਥੇ। ਤੇ ਇੱਥੇ ਆਪਣੇ ਕੋਲ ਕੀ ਆ ਕਰੰਟ ਟੋਟਲ I ਦਾ ਰਿਜ਼ਲਟ ਵੀ ਆ ਗਿਆ। ਸੋ ਆਪਾਂ ਹੁਣ ਇੱਥੇ ਇਹਨੂੰ ਪੁੱਟ ਕਰ ਸਕਦੇ ਹਾਂ ਇਹਦੇ ਵਿੱਚ ਕਿ ਜਿਹੜਾ ਆਪਣਾ I ਕਰੰਟ ਹੈ ਉਹ ਬੇਸਿਕਲੀ ਆਪਣਾ I1 plus I2 ਹੈ। I ਦੀ ਵੈਲਿਊ ਆਪਣੇ ਕੋਲ I ਹੈ E equivalent over R equivalent minus V over R equivalent। ਇਹ ਆਪਣਾ V ਇੱਕ ਕੁੰਡੀ ਬਣਿਆ ਆਪਣੀ ਦੋਨਾਂ ਨੂੰ ਜੋੜਨ ਵਾਲੀ, ਕਿਉਂਕਿ V across this R that is VA minus VB and here VA minus VB should be same ਕਿਉਂਕਿ ਰੈਜ਼ਿਸਟੈਂਸ ਸੇਮ ਹੈ ਤੇ ਕਰੰਟ ਸੇਮ ਜਾ ਰਿਹਾ ਤਾਂ V ਵੀ ਸੇਮ ਹੀ ਆਏਗਾ ਇਹਦੇ ਅਕ੍ਰੋਸ। एक्सटर्नल सर्किट वाला जो V आएगा I1 कितने बराबर आया E1 by R1 minus V1 by R1 सॉरी V by R1 ते E2 कितने बराबर आया देखो इन्हों चीज ਨੂੰ यूज करना सीख जाएंगे ਆਪਾਂ बस फिर ਆਪਾਂ डायरेक्ट ही यूज करें करेंगे। ਇੱਥੇ तक क्लियर है गल? यस सर। ਹੁਣ देखो आ की ਬਣਿਆ आ बन गया E equivalent by R equivalent माइनस V by R equivalent is equal to A बन रहा है E1 by R1 plus E2 by R2 इन्हों वक्रा कर लो माइनस A आ जाएगा V times 1 over R1 plus 1 over R2। ਹੁਣ ਜੇ ਤੁਸੀਂ ਇਹਨਾਂ ਦੋਨਾਂ ਨੂੰ ਕੰਪੇਅਰ ਕਰੋ ਤੇ ਇਹਨਾਂ ਜੀ ਦੇਖੋ ਜਿਹੜੀ V ਦੇ ਕੋਐਫੀਸ਼ੀਐਂਟ ਨੂੰ ਕੰਪੇਅਰ ਕਰੋ ਦੋਨੋਂ ਸਾਈਡ ਇਕੁਏਸ਼ਨ ਨੂੰ ਤਾਂ ਤੁਹਾਨੂੰ ਦੇਖੋ ਇਹਦਾ ਪਤਾ ਲੱਗ ਰਿਹਾ ਕਿ ਤੁਹਾਡਾ ਜਿਹੜਾ 1 over R equivalent ਕਿਹਦੇ ਬਰਾਬਰ ਆ ਰਿਹਾ 1 over R1 plus 1 by R2 1 by R2 ਇਹ R equivalent ਆ ਰਿਹਾ yes ਠੀਕ ਹੈ। ਐਂਡ ਜਿਹੜਾ ਆਪਣਾ E equivalent ਆ ਰਿਹਾ ਉਹਦੀ ਇਕੁਏਸ਼ਨ ਆ ਰਹੀ ਹੈ ਇਹਨੂੰ ਕੱਢਣਾ ਪੈਣਾ ਤੁਹਾਨੂੰ R equivalent ਨੂੰ ਯੂਜ਼ ਕਰਦੇ ਹੋਏ is equal to this plus this ਇਹਨੂੰ ਯੂਜ਼ ਕਰਦੇ ਹੋਏ E equivalent पता करना पड़ेगा यानी equivalent सानू डायरेक्टली सीधे तौर पे नहीं मिलेगा। आ दो इक्वेशन साडियां आ रही हैं ते तुसी आप सोच के देखो हुण पिछे आ रहे जदों तुसी दोनों सेल्स नु सीरीज च लगा रहे सी EMF डायरेक्टली ऐड या सबट्रैक्ट हो रहे सी ना डिपेंडिंग ऑन द पोलैरिटी ते रेजिस्टेंस दी सारियां जो सीरीज सेल सीरीज च जोड़े ने सब दी रेजिस्टेंस ਤਾਂ सीरीज च आ ही जाएगी ਤਾਂ R equivalent ने ऐड हो के आना सी और किथों आना सी आ ही आना सी रिजल्ट है ना। पर जदों तुसी ਇਹਨਾਂ ਨੂੰ ਲਗਾਇਆ ਪੈਰਲਲ ਵਿੱਚ ਹੈ ਨਾ ਦੈਨ ਰੈਜ਼ਿਸਟੈਂਸ ਜਿਹੜੀ R1 ਤੇ R2 ਆਪਸ ਚ ਪੈਰਲਲ ਚ ਆ ਗਈਆਂ ਨੇ ਸਰਕਟ ਵਿੱਚ ਹੈ ਨਾ। ਤਾਂ ਇਸ ਲਈ ਇਹਨੂੰ ਜਦੋਂ ਇਕੁਇਵਲੈਂਟਲੀ ਇਹਦੇ ਤੁਸੀਂ ਰੱਖਦੇ ਹੋ R ਇਕੁਇਵਲੈਂਟ ਤਾਂ ਉਹ R1 ਤੇ R2 ਦੇ ਪੈਰਲਲ ਕੰਬੀਨੇਸ਼ਨ ਵਾਂਗੂ ਹੀ ਐਡ ਹੋ ਕੇ ਰੈਜ਼ਿਸਟੈਂਸ ਆਉਂਦੀ ਹੈ ਆਪਣੀ ਜਿਹੜੀ ਕਿ ਬਹੁਤ ਹੈਰਾਨ ਹੋਣ ਵਾਲੀ ਗੱਲ ਹੈ। ਤੇ E ਇਕੁਇਵਲੈਂਟ ਜਿਹੜਾ ਹੈ ਉਹ ਆਪਾਂ ਨੂੰ ਉਸ ਅਕੋਰਡਿੰਗ ਫਿਰ ਐਡ ਕਰਕੇ ਕੈਲਕੂਲੇਟ ਕਰਨਾ ਪੈਂਦਾ ਹੈ। ਇੱਥੇ ਤੱਕ ਸਮਝ ਲੱਗੀ ਸਭ ਨੂੰ ਗੱਲ? ਸਰ ਹਾਂਜੀ ਸਰ ਹੁਣ ਜਿੱਦਾਂ ਆਪਾਂ ਸਟਾਰਟਿੰਗ ਵਿੱਚ ਪਿਛਲੇ ਲੈਕਚਰ ਵਿੱਚ ਇੱਕ ਇਕੁਏਸ਼ਨ ਲਿਖਾਈ ਸੀ V = E - IR ਸਰ ਹੁਣ ਜਿਹੜਾ R ਸੀਗਾ ਉਹ ਇੰਟਰਨਲ ਰੈਜ਼ਿਸਟੈਂਸ ਲੈਣੇ ਆਪਾਂ ਸਰ ਅਗਰ ਉਹੀ ਆਪਾਂ ਸਿੰਪਲ ਇਹਦੇ ਵਿੱਚ ਜਿੱਦਾਂ ਪੈਰਲਲ ਵਿੱਚ ਸਾਨੂੰ ਪਤਾ ਕਿ ਪੈਰਲਲ ਵਿੱਚ ਲੱਗੀਆਂ ਹੋਈਆਂ ਬੈਟਰੀ ਤਾਂ R ਨੂੰ ਆਪਾਂ ਉਦਾਂ ਹੀ ਫਿਲ ਪੁੱਟ ਕਰਕੇ ਵੈਲਿਊ V ਦੀ ਵੈਲਿਊ ਫਾਈਂਡ ਆ ਜਾਏਗੀ ਸਿੰਪਲ। ਅਗਰ ਸਾਨੂੰ E ਜਿਹੜਾ E ਹੈਗਾ ਉਹ ਐਡ ਸਿੰਪਲੀ ਪਲੱਸ ਹੋਣੇ ਆ ਅਗਰ ਪੋਲੈਰਿਟੀ ਸੇਮ ਆ ਦੋਨੋਂ ਪਾਸੇ E1 + E2 ਹਾਂਜੀ ਉਸ ਤਰ੍ਹਾਂ ਇਕੁਏਸ਼ਨ ਬਣਾ ਲਈਏ। ਹੁਣ ਇਕੁਏਸ਼ਨ ਬਣਾ ਕੇ ਸੋਲਵ ਕਰ ਸਕਦੇ ਤੁਸੀਂ ਬਿਲਕੁਲ। ਹੁਣ ਆਈ ਸਾਰੀ ਇਕੁਏਸ਼ਨ ਬਣਾ ਕੇ ਸੋਲਵ ਕੀਤੀ ਹੈ ਪੈਂਡ ਤੱਕ ਵੀ ਪਹੁੰਚੇ ਜਿਹੜਾ ਹਾਂਜੀ ਪਰ ਗੱਲ ਇਹ ਹੈ ਕਿ ਜਿਹੜੀ ਇਹਦੇ ਨਾਲ ਕੀ ਫਾਸਟ ਹੋਏਗਾ ਕੰਮ ਥੋੜਾ। ਜਿਵੇਂ ਮੈਂ ਆ ਦੇਖ ਹੁਣ ਸਵਾਲ ਦੇਖ ਮੰਨ ਲਾ ਇੱਕ ਕੁਐਸਚਨ ਆ ਤੇ ਮੈਨੂੰ ਕੁਐਸਚਨ 'ਚ ਕੋਈ ਕਹਿ ਰਿਹਾ ਕਿ ਤੁਹਾਡੇ ਕੋਲ ਇੱਕ ਸੈੱਲ ਇੱਥੇ ਲੱਗਿਆ ਹੋਇਆ ਵਾ ਠੀਕ ਹੈ ਤੇ ਆ ਜਿਹੜਾ ਸੈੱਲ ਲੱਗਿਆ ਇਹਦੀ EMF ਹੈਗੀ ਹੈ ਮੰਨ ਲਓ 10 ਵੋਲਟ ਠੀਕ ਆ ਇਹਦੀ ਇੰਟਰਨਲ ਰੈਜ਼ਿਸਟੈਂਸ ਹੈਗੀ ਆ ਮੰਨ ਲਓ 2 ohms ਜਸਟ ਐ ਆ ਸੈੱਲ ਇੱਕ ਦੂਜਾ ਸੈੱਲ ਇੱਕ ਹੋਰ ਲੱਗਿਆ ਹੋਇਆ ਵਾ ਦੂਜਾ ਸੈੱਲ ਵੀ ਐਂ ਲੱਗਿਆ ਹੈ ਸੇਮ ਪੋਲੈਰਿਟੀ 'ਚ ਇਹ ਮੰਨ ਲਾਏਗਾ 6 ਵੋਲਟ ਦਾ ਤੇ ਇਹਦੀ ਜਿਹੜੀ ਇੰਟਰਨਲ ਰੈਜ਼ਿਸਟੈਂਸ ਹੈਗੀ ਉਹ ਹੈਗੀ ਮੰਨ ਲਓ 4 ohms ਐ ਲੱਗਿਆ ਹੋਇਆ ਬੇਸਿਕਲੀ ਇਸ ਸਰਕਟ ਦੇ। ਹੁਣ ਇਹਦੇ ਇਕੁਇਵਲੈਂਟਲੀ ਮੈਂ ਚਾਹਨਾ ਕਿ ਇਹਦੀ ਬਜਾਏ
ਮੈਂ ਇਹਨਾਂ ਦੋਨਾਂ ਦੇ ਬਜਾਏ ਇੱਕ ਸੈੱਲ ਦੀ ਗੱਲ ਕਰ ਸਕਦਾ ਹਾਂ ਜਿਹੜਾ ਕਿ ਕਿਸੇ ਐਕਸਟਰਨਲ ਸਰਕਟ ਨੂੰ ਬਰਾਬਰ ਹੀ ਉਹ ਦੇਵੇ, ਯਾਨੀ ਉਹਦਾ E ਇਕੁਇਵਲੈਂਟ ਕਿੰਨਾ ਹੋਵੇ ਤੇ R ਇਕੁਇਵਲੈਂਟ ਕਿੰਨਾ ਹੋਵੇ, ਵੀ ਆ ਜੀ ਉਹਦੇ ਇਕੁਇਵਲੈਂਟ ਆਵੇ, ਜਿਵੇਂ E ਇਕੁਇਵਲੈਂਟ ਤੇ ਇੱਥੇ ਲਾਵਾਂ ਮੈਂ R ਇਕੁਇਵਲੈਂਟ। ਬੇਸਿਕਲੀ ਮੇਰਾ ਪਰਪਸ ਹੈ ਇਹਦੇ ਇਕੁਇਵਲੈਂਟ ਇੱਕ ਸੈੱਲ ਪਤਾ ਕਰਨਾ ਨਾ, ਜਿਹੜਾ ਕਿ ਕਿਸੇ ਬਾਹਰਲੇ ਸਰਕਟ ਨੂੰ ਇਧਰੋਂ ਦੋਨੋਂ ਪਾਸੇ ਕਨੈਕਟ ਕਰਨ ਤੇ ਜਾਂ ਇਧਰਲੇ ਪਾਸੇ ਦੋਨੋਂ ਕਨੈਕਟ ਕਰਨ ਤੇ ਸੇਮ ਹੀ ਕਰੰਟ ਦੇਵੇ, ਹੈ ਨਾ। ਯੈਸ ਸਰ। ਸੋ ਜੇ ਕਿਸੇ ਜਗ੍ਹਾ ਤੇ ਸਰਕਟ ਬਹੁਤ ਮੰਨ ਲਓ ਔਖਾ ਹੋਇਆ, ਉਹਦੇ ਚ ਇਸ ਤਰ੍ਹਾਂ ਦਾ ਸਟਰਕਚਰ ਆ ਗਿਆ ਜਿੱਥੇ ਦੋ ਬੈਟਰੀਆਂ ਲੱਗੀਆਂ ਹੋਈਆਂ, ਤੁਸੀਂ ਉਹ ਦੋ ਬੈਟਰੀਆਂ ਨੂੰ ਲੈ ਕੇ ਕਦੇ ਉੱਪਰੋਂ ਦੀ ਲੰਘ ਕੇ KVL ਲਾਓਗੇ, ਕਦੇ ਥੱਲੋਂ ਦੀ ਲੰਘ ਕੇ ਲਾਓਗੇ, ਕਦੇ ਉੱਪਰਲਾ ਕਰੰਟ ਪਤਾ ਕਰੋਗੇ, ਫਿਰ ਨਿਚਲਾ ਕਰੰਟ ਪਤਾ ਕਰੋਗੇ। ਇਹਦੇ ਨਾਲ ਤੁਹਾਡਾ ਕੰਮ ਜਿਹੜਾ ਸਰਕਟ ਰਿਸੋਲਵ ਕਰਨ ਦਾ ਅਸਲੀ ਕੰਮ ਬਹੁਤ ਦੂਰ ਹੋ ਜਾਏਗਾ, ਇਹਨੂੰ ਕਾਫੀ ਲੰਬਾ ਚਲਾ ਜਾਏਗਾ। ਤੇ ਜੇ ਆਪਾਂ ਇਸ ਤਰ੍ਹਾਂ ਦੇ ਕਿਸੇ ਸਰਕਟ ਨੂੰ ਛੋਟਾ ਕਰਕੇ ਉਹ ਜਗ੍ਹਾ ਇੱਕੋ ਹੀ ਬੈਟਰੀ ਲਾ ਕੇ ਸਿੰਪਲੀਫਾਈ ਕਰਕੇ ਸੋਚ ਸਕਦੇ ਹੋਈਏ ਤਾਂ ਸਵਾਲ ਜਲਦੀ ਨਹੀਂ ਹੋਏਗਾ। ਹਾਂਜੀ ਸਰ। ਹੁਣ ਇਸ ਸਵਾਲ ਦੇ ਵਿੱਚ ਜੇ ਮੈਂ ਕਹਾਂ ਇਸ ਬੈਟਰੀ ਦੀ ਜਗ੍ਹਾ ਮੈਂ ਕੁਝ ਹੋਰ ਕਰਨਾ ਚਾਹਾਂ ਤਾਂ ਮੈਂ ਸਿੱਧੀ ਜੀ ਗੱਲ ਕਰੂੰਗਾ, ਸਿੰਪਲ ਜੀ ਗੱਲ ਹੈ, R ਇਕੁਇਵਲੈਂਟ ਪਤਾ ਕਰੂੰਗਾ, ਉਹ ਕੀ ਹੋਗਾ 1/2 + 1/4। ਹਾਲਾਂਕਿ ਤੁਹਾਨੂੰ ਪਤਾ ਆਪਾਂ ਸਿੱਧੇ ਪਤਾ ਕਰਾਂਗੇ ਪ੍ਰੋਡਕਟ ਬਾय ਸਮ 4/3 ਇਹ ਆ ਜਾਊਗਾ 4/3 ohms, ਠੀਕ ਹੈ ਗੱਲ। R ਇਕੁਇਵਲੈਂਟ ਪਤਾ ਕਰਨ ਤੋਂ ਬਾਅਦ ਮੈਂ ਕਹੂੰਗਾ ਜਿਹੜਾ E ਇਕੁਇਵਲੈਂਟ ਹੈ ਜਿਹੜਾ ਮੈਨੂੰ ਪਤਾ ਹੀ ਨਹੀਂ ਹੈ ਬਾय R ਇਕੁਇਵਲੈਂਟ ਜਿਹੜਾ ਕਿ 4/3 ਹੈ, E1 ਜਿਹੜਾ ਕਿ 10 ਹੈ ਬਟਾ R1 मतलब 2 + E2 यानी 6, R2 मतलब 4, ਆ ਸਭ ਲਿਖ ਲੂੰਗਾ ਨਾ। ਹਾਂਜੀ। ਆ ਕਿੰਨਾ ਆ ਜਾਏਗਾ ਹੁਣ, ਇਹ ਆ ਜਾਏਗਾ 5 + 3/2। ਹਾਂਜੀ। ਇਹ ਕਿੰਨਾ ਆ ਜਾਏਗਾ ਫਿਰ 13 ਸੌਰੀ 13/2। ਹਾਂਜੀ। ਤੇ ਫਿਰ E ਇਕੁਇਵਲੈਂਟ ਜਿਹੜਾ ਆਊਗਾ ਤੇਰਾ ਉਹ ਆਊਗਾ 13/2 × 4/3, 2 ਦੂਣੀ 4, ਇਹ ਕਿੰਨਾ ਆਊਗਾ ਤੇਰੇ ਤੋਂ 26/3 ਵੋਲਟ। ਕਲੀਅਰ? ਹਾਂਜੀ ਸਰ। ਸੋ ਮੈਂ ਇਹ ਕਹਿ ਸਕਦਾ ਆਹ ਜਿਹੜੀ ਬੈਟਰੀ ਹੈ ਨਵੀਂ, ਇਹਦਾ 26/3 ਵੋਲਟ ਦੀ ਲਾ ਦਿਓ, ਇਹਦੇ ਨਾਲ R ਇਕੁਇਵਲੈਂਟ 4/3 ohms ਲਾ ਦਿਓ, ਤਾਂ ਆਹ ਜਿਹੜੀ ਬੈਟਰੀ ਹੈ ਇਹ ਬਿਲਕੁਲ ਉਵੇਂ ਬਿਹੇਵ ਕਰੇਗੀ ਬਾਹਰਲੇ ਐਕਸਟਰਨਲ ਸਰਕਟ ਲਈ ਜੋ ਆਹ ਦੋਨੋਂ ਬਿਹੇਵ ਕਰ ਰਹੇ ਸੀ ਮਿਲ ਕੇ। ਠੀਕ ਹੈ ਸਰ। ਹਾਂਜੀ। ਠੀਕ ਹੈ, ਤਾਂ ਇਹਦੇ ਨਾਲ ਕੀ ਹੈ ਕੰਮ ਥੋੜਾ ਸੌਖਾ ਹੋ ਜਾਏਗਾ, ਬਸ ਹੋਰ ਕੁਝ ਵੀ ਨਹੀਂ ਹੈ। ਸੋ ਬੇਸਿਕਲੀ ਤੁਸੀਂ ਆਹ ਗੱਲ ਨੂੰ ਸਮਝਣਾ ਹੈ ਕਿ ਕਿਸ ਤਰ੍ਹਾਂ ਮਤਲਬ ਦੋ ਬੈਟਰੀਜ਼ ਲੱਗੀਆਂ ਨੇ ਤਾਂ ਉਹ ਇੱਕ ਦੀ ਤਰ੍ਹਾਂ ਕਿਵੇਂ ਬਿਹੇਵ ਕਰ ਸਕਦੀਆਂ ਨੇ। ਕਲੀਅਰ ਹੈ ਗੱਲ? ਹਾਂਜੀ ਸਰ। ਇਸ ਵਾਲੇ ਕੰਮ 'ਚ ਸੌਖਾ ਆ, ਪੈਰਲਲ ਵਾਲਾ ਥੋੜਾ ਜਿਹਾ ਸੋਚਣ ਵਾਲਾ ਆ। ਜਿਵੇਂ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜੇ ਮੈਂ ਕਹਾਂ ਕਿ ਆਹ 10 ਵੋਲਟ ਦੀ ਇੱਕ ਬੈਟਰੀ ਲੱਗੀ ਹੈ ਤੇ ਇਹਦੇ 'ਚ 1 ohm ਦੀ ਰੈਜ਼ਿਸਟਰ ਲੱਗੀ ਹੋਈ ਹੈ, ਇਟ ਇਜ਼ 10 ਵੋਲਟ, ਤੇ ਇਹਦੇ ਨਾਲ ਇੱਥੇ ਨੀਚੇ ਇੱਥੇ ਵੀ ਇੱਕ ਬੈਟਰੀ ਸੈੱਲ ਲੱਗਿਆ ਹੈ ਸੌਰੀ 20 ਵੋਲਟ, ਤੇ ਇਹਦੇ ਨਾਲ ਇੱਕ ਰੈਜ਼ਿਸਟੈਂਸ ਲੱਗੀ ਹੋਈ ਹੈ ਮੰਨ ਲਓ 4 ohms, ਤੇ ਇਹਨਾਂ ਦੋਨਾਂ ਨੇ ਮਿਲ ਕੇ ਬਾਹਰ ਇੱਕ ਐਕਸਟਰਨਲ ਰੈਜ਼ਿਸਟੈਂਸ ਨੂੰ એનર્ਜੀ ਦੇਣੀ ਹੈ, ਤੇ ਬਾਹਰ ਵਾਲਾ ਸਰਕਟ ਜਿਹੜਾ ਹੈ ਉਹਦੇ ਵਿੱਚ ਰੈਜ਼ਿਸਟੈਂਸ ਲੱਗੀ ਹੋਈ ਹੈ 20 ohms, ਤੇ ਮੈਨੂੰ ਉਹਨਾਂ ਨੇ ਪੁੱਛਿਆ ਦੱਸੋ ਤੁਸੀਂ ਕਿੰਨਾ ਕਰੰਟ ਇਸ ਸਰਕਟ 'ਚ ਆਏਗਾ। ਬਸ ਆ ਪੁੱਛਿਆ ਉਹਨਾਂ ਨੇ। ਹੁਣ ਆ ਸਵਾਲ ਨੂੰ ਕੋਈ ਬੱਚਾ ਜੇ ਆਸ ਟੈਕਨੀਕ ਨਾਲ ਨਾ ਵੀ ਜਾਏ ਤਾਂ ਵੀ ਕਰ ਸਕਦਾ, ਬੜੇ ਆਰਾਮ ਨਾਲ ਕਰ ਸਕਦਾ ਬੱਚਾ। ਕਿਵੇਂ ਕਰੇਗਾ? KVL ਲਗਾ ਲੇਗਾ। ਜਿਵੇਂ ਦੇਖੋ ਇਹਦੇ ਵਿੱਚ ਹੀ KVL ਲੱਗ ਜਾਣਾ ਆਰਾਮ ਨਾਲ। ਓਏ ਹੋਏ ਆ ਦੇਖੋ ਇਹਦੇ ਚ KVL ਲਗਾਉਣ ਲਈ ਕੀ ਕਰੇਗਾ ਉਹ ਆਪਣਾ ਕਰੰਟ ਸਕੀਮ ਬਣਾ ਲੇਗਾ। ਕੋਈ ਉਹ ਕਹੇਗਾ ਮੰਨ ਲਓ ਇਧਰੋਂ I1 ਕਰੰਟ ਆ ਰਿਹਾ, ਮੈਨੂੰ ਕੀ ਪਤਾ ਕਿੰਨਾ ਆ ਰਿਹਾ ਹੈ ਨਾ, I1 ਮੰਨ ਲਿਆ, ਇਧਰੋਂ ਮੰਨ ਲਓ I2 ਮੰਨ ਲਿਆ, इधर आ गया I1 + I2 बन गया, वो I1 + I2 इधर लंघ रहा बेसिकली है ना, इधर आके फिर मुड़ के बढ़िया जा रहा, फिर इधर I1 चला गया, इधर I2 चला गया। ਤੁਸੀਂ ਕੀ ਕਰੋਗੇ? ਸਭ ਕੁਝ ਤਾਂ ਪਤਾ, ਵੋਲਟੇਜ ਪਤਾ ਨੇ, ਰੈਜ਼ਿਸਟੈਂਸ ਵੀ ਪਤਾ ਨੇ, ਇਧਰੋਂ ਤੁਸੀਂ KVL ਲਗਾ ਲੋਗੇ। ਯੈਸ ਸਰ। ਇੱਕ KVL ਲਾ ਲਿਓ, ਇੱਥੋਂ ਸ਼ੁਰੂ ਕਰ ਲਿਓ ਜਾਂ ਇੱਥੋਂ ਸ਼ੁਰੂ ਕਰ ਲਿਓ, ਐ ਕਰਕੇ ਐ ਕਰਕੇ ਐ ਕਰਕੇ ਐ ਕਰਕੇ ਐ ਇਸ ਤਰ੍ਹਾਂ ਲਗਾ ਲਿਓ। ਦੂਜਾ KVL ਕਿਵੇਂ ਲਾਉਂਗੇ? ਉਹ ਐ ਸ਼ੁਰੂ ਕਰ ਲਿਓ, ਇੱਥੋਂ ਕਰਕੇ ਐ ਕਰਕੇ ਐ ਕਰਕੇ ਐ ਲਾ ਲਿਓ, ਠੀਕ ਹੈ। ਜਾਂ ਉੱਪਰ ਪਾਸੇ ਐ ਵੀ ਲਾ ਸਕਦੇ ਹੋ, ਠੀਕ ਹੈ। ਹਾਂਜੀ। ਤੁਹਾਨੂੰ I1 I2 ਦੇ ਦੋ ਇਕੁਏਸ਼ਨਾਂ ਮਿਲ ਜਾਣਗੀਆਂ, I1 ਤੇ I2 ਨੂੰ ਬਾਅਦ ਚ ਜੋੜ ਦੋਗੇ, ਆਨਸਰ ਆ ਗਿਆ। ਦੱਸੋ ਸਮਝ ਲੱਗੀ ਗੱਲ? ਹਾਂਜੀ ਸਰ। ਹੁਣ ਉਹ ਵੀ ਉਹ KVL ਦਾ ਆਪਸ਼ਨ ਤਾਂ ਹਮੇਸ਼ਾ ਹੀ ਵੈਲਿਡ ਰਹੂਗਾ ਨਾ, ਉਹ ਤਾਂ ਸਾਡੇ ਕੋਲ ਹੈਗੀ ਹੀ ਹੈ ਗੱਲ। ਜਿਹੜੇ ਮਰਜ਼ੀ ਜਿੰਨੀ ਮਰਜ਼ੀ ਬੈਟਰੀਆਂ ਲੱਗੇ, ਜੋ ਮਰਜ਼ੀ ਲੱਗਿਆ, ਮੈਂ ਆਪਣੇ ਵੱਲੋਂ ਕਰੰਟ ਸਕੀਮ ਬਣਾ ਕੇ KVL ਲਾ ਲੂੰਗਾ। ਪਰ ਇਹਨੂੰ ਆਪਾਂ ਹੋਰ ਤਰ੍ਹਾਂ ਵੀ ਕਰ ਸਕਦੇ ਹਾਂ। ਆਪਾਂ ਇਹਦੀ ਜਗ੍ਹਾ ਇਕੁਇਵਲੈਂਟ ਬੈਟਰੀ ਬਾਰੇ ਪਤਾ ਕਰ ਲਈਏ।
ਹੁਣ ਇਕੁਇਵਲੈਂਟ ਬੈਟਰੀ ਕਿਵੇਂ ਲਾਵਾਂਗੇ ਆਪਾਂ, ਇੱਥੇ ਇਹਦੇ ਬਾਰੇ ਪਤਾ ਕਰਦੇ ਹਾਂ। ਚਲੋ 1/R ਇਕੁਇਵਲੈਂਟ ਕਿੰਨਾ ਆਏਗਾ ਦੇਖੋ, प्रोडक्ट बाय सम यस हाँ जी सर आ गया। फिर E इक्विवेलेंट ਜਿਹੜਾ ਹੋਊਗਾ ਬਟਾ R ਇਕੁਇਵਲੈਂਟ ਯਾਨੀ ਗੁਣਾ R ਇਕੁਇਵਲੈਂਟ ਹੀ ਕਰ ਦਿੰਦੇ ਆਪਾਂ, ਹੈਨਾ। ਇੱਥੇ ਕੀ ਆਊਗਾ ਫਿਰ E1/R1 E2/R2, ਹੈਨਾ। यस ਤੇ ਕਿੰਨਾ ਆ ਗਿਆ 12 ਵੋਲਟ ਆ ਗਿਆ ਦੇਖੋ ਨਾ। ਸੋ ਹੁਣ ਮੇਰੇ ਲਈ ਕੀ ਹੈ, ਮੈਂ ਇਹਦੀ ਜਗ੍ਹਾ ਇੱਕ ਬੈਟਰੀ ਲਾਉਂਗਾ, ਉਹਦਾ E ਮੈਂ ਮੰਨੂਗਾ 12 ਵੋਲਟ, ਉਹਦਾ ਇੰਟਰਨਲ ਰੈਜ਼ਿਸਟੈਂਸ ਕਿੰਨਾ ਮੰਨੂਗਾ 4/5 ohm. ਤੇ ਇਹਦੇ ਨਾਲ ਆਪਣਾ ਐਕਸਟਰਨਲ ਰੈਜ਼ਿਸਟੈਂਸ ਲੱਗਿਆ ਹੋਇਆ 20 ਵੋਲਟ 20 ohms। ਇੱਥੇ ਕਰੰਟ ਡਿਫਾਈਨ ਕਰਨਾ ਹੁਣ ਸੌਖਾ ਨਹੀਂ ਹੋ ਗਿਆ ਤੁਹਾਡੇ ਲਈ। यस सर ਉਹ ਕਿਵੇਂ ਆਊਗਾ 12 ਬਟਾ 20 ਜਮਾ 4 ਬਟਾ 5, that's it यस answer। so it's up to you। ਮੈਂ ਸਿਰਫ ਤੁਹਾਨੂੰ ਟੈਕਨੀਕ ਸਮਝਾ ਰਿਹਾ, ਸਿਖਾ ਰਿਹਾ। ਟੈਕਨੀਕ ਨੂੰ ਤੁਸੀਂ ਵਰਤਣਾ ਕਿਵੇਂ ਹੈ ਕਿਵੇਂ ਨਹੀਂ। KVL ਨੂੰ ਭੁੱਲ ਕੇ ਥੋੜੀ ਵਰਤਣਾ, KVL ਦਾ ਦੇਖੋ ਹਮੇਸ਼ਾ ਹੀ ਰਹਿੰਦਾ ਦਿਮਾਗ 'ਚ, KVL ਨਹੀਂ ਕਦੀ ਬੰਦੇ ਨੂੰ ਭੁੱਲਣਾ ਚਾਹੀਦਾ। ਤਾਂ KVL ਆ ਹੀ ਜਾਂਦਾ ਹੈ, ਕਲੀਅਰ ਹੈ। यस यस सर ਤੇ ਇੱਕ ਬੜੀ ਜਿਹੜੀ ਜ਼ਰੂਰੀ ਗੱਲ ਤੇ ਸਿੱਖਣੀ ਹੈ, ਤੁਸੀਂ ਹੁਣ ਦੇਖ ਲਓ ਕਿ ਮੈਂ ਇੱਕ ਵਾਰ ਸਮ ਅਪ ਕਰ ਦੇਣਾ ਇਹਨੂੰ, ਫਿਰ ਆਪਾਂ ਇੱਕ ਹੋਰ ਕੁਐਸਚਨ ਕਰੀਏ ਕਿ ਜੇ ਤੁਹਾਡੇ ਕੋਲ ਇਸ ਤਰ੍ਹਾਂ ਸੀਰੀਜ਼ ਵਿੱਚ ਲੱਗੇ ਹੋਏ ਨੇ 2 ਸੈੱਲ, ਹਨਾ, ਜਾਂ 3 ਸੈੱਲ ਜਾਂ 4 ਸੈੱਲ ਜਾਂ 5 ਸੈੱਲ ਜਾਂ 6 ਸੈੱਲ, ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਇਕੁਇਵਲੈਂਟ ਜਿਹੜਾ EMF ਹੁੰਦਾ ਉਹਨਾਂ ਨੂੰ ਐਲਜੇਬਰਾਇਕ ਸਮ ਕਰਨਾ ਹੁੰਦਾ ਹੈ ਬਸ, ਹਨਾ, ਸਿੱਧਾ ਇਹ ਕੰਮ। ਤੇ R ਇਕੁਇਵਲੈਂਟ ਵੀ ਕੀ ਹੈ, ਸਿੱਧਾ ਹੀ ਐਡ ਹੁੰਦਾ ਹੈ, ਹਨਾ। Yes sir. ਤੇ ਜੇ ਪੈਰਲਲ 'ਚ ਲੱਗੇ ਹੋਣ ਤਾਂ ਤੁਹਾਨੂੰ ਪਤਾ ਹੈ ਕਿ ਪਹਿਲਾਂ R ਇਕੁਇਵਲੈਂਟ ਪਤਾ ਕਰੋਗੇ, ਕਿਵੇਂ ਪਤਾ ਕਰੋਗੇ 1/R ਇਕੁਇਵਲੈਂਟ ਕਰਕੇ ਇਸ ਤਰ੍ਹਾਂ, ਤੇ ਫਿਰ E ਇਕੁਇਵਲੈਂਟ ਜੇ ਪਤਾ ਕਰਨਾ ਹੈ ਤਾਂ ਉਹਦੇ ਲਈ ਆਪਾਂ ਨੂੰ ਆ ਯੂਜ਼ ਕਰਨਾ ਪੈਂਦਾ ਹੈ। ਕਰ ਲੋਗੇ ਨਾ ਇਹ ਉਹਨੂੰ। Yes sir. ਆ ਹੁਣ ਤੁਹਾਡੇ ਉੱਪਰ ਹੈ ਕਿ ਤੁਸੀਂ 2 ਜਾਂ 2 ਤੋਂ ਜ਼ਿਆਦਾ ਬੈਟਰੀਜ਼ ਲੱਗੀਆਂ ਹੋਣ, ਆਇਡੈਂਟੀਕਲ ਹੋਣ, ਨਾਨ ਆਇਡੈਂਟੀਕਲ ਹੋਣ, ਵਟਐਵਰ, ਤਾਂ ਤੁਸੀਂ ਕਿਵੇਂ ਯੂਜ਼ ਕਰਨਾ ਹੈ। ਤੇ ਪਰ ਇੱਕ ਹੋਰ ਬੜੀ ਚੀਜ਼ ਤੇ ਤੁਹਾਡਾ ਧਿਆਨ ਜਾਏਗਾ। ਹੁਣ ਤੁਸੀਂ ਇੱਕ ਕੁਐਸਚਨ ਦੇਖੋ, ਕੁਐਸਚਨ ਪੁੱਛਿਆ ਕੀ ਜਾ ਰਿਹਾ, ਉੱਥੋਂ ਪਤਾ ਲੱਗਦਾ ਹੈ ਕਿ ਉੱਥੇ ਪਰਪਸ ਕੀ ਹੈ ਤੁਹਾਡਾ ਜਾਂ ਤੁਸੀਂ ਕੀ ਕਰਨ ਜਾ ਰਹੇ ਹੋ। ਹੁਣ ਤੱਕ ਆਪਾਂ ਬੈਟਰੀਆਂ ਨੂੰ ਇਕੁਇਵਲੈਂਟ ਤਾਂ ਮੰਨ ਕੇ ਕਰ ਰਹੇ ਸੀ ਕਿ ਆਪਾਂ ਐਕਸਟਰਨਲ ਸਰਕਟ ਨੂੰ ਕੋਈ ਕਰੰਟ ਦੇਣਾ ਹੈ ਤੇ ਉਹ ਕਰੰਟ ਬਰਾਬਰ ਦੇਣਾ ਚਾਹੁੰਦੇ ਆ, ਤਾਂ ਆਪਾਂ ਇਕੁਇਵਲੈਂਟ ਪਤਾ ਕੀਤਾ, ਇਹੀ ਥਾਟ ਲੈ ਕੇ ਪਤਾ ਕੀਤਾ। ਹੁਣ ਕੁਐਸਚਨ ਮੰਨ ਲਓ ਆਪਣਾ ਇਹ ਹੈ, ਦੇਖੋ ਫਿਰ ਲੈ ਲਓ ਉਹੀ 10 ਵੋਲਟ, इधर 1 ohm ਤੇ इधर 20 वोल्ट होनी सीगी जो कोई बैटरी है, इधर 4 ohms आ बैटरी बन गई। ठीक है, ਇਹਦੇ ਚ ਆ ਇੱਕ ਪੁਆਇੰਟ ਲੈ ਲਓ ਤੁਸੀਂ, ਇਸ ਪੁਆਇੰਟ ਦਾ ਨਾਮ ਰੱਖ ਦਿਓ A, ਆ ਪੁਆਇੰਟ ਰੱਖ ਦਿਓ, ਪੁਆਇੰਟ ਦਾ ਨਾਮ ਰੱਖ ਦਿਓ B। ਤੇ ਇਹ A ਵੀ ਉਹੀ ਨੇ ਨਾ ਜਿਹੜੇ ਬਾਹਰ ਵਾਲੇ ਸਰਕਟ ਨੂੰ ਬੇਸਿਕਲੀ ਅਗਰ ਦੇਣਾ ਚਾਹੀਏ ਤਾਂ ਆਪਾਂ ਇਹਨਾਂ A ਤੇ B ਨਾਲ ਜੋੜਾਂਗੇ। क्लियर, ठीक है। सो आप ਇਹਦੇ ਨਾਲ ਜੋੜਾਂਗੇ। ਸੋ ਪਰ ਮੈਨੂੰ ਸਵਾਲ ਇਹ ਨਹੀਂ ਪੁੱਛਿਆ ਜਾ ਰਿਹਾ, ਪੁਆਇੰਟ ਆਪਾਂ ਕਹਿ ਰਹੇ ਕਿ ਇਹ ਚ ਆਪਾਂ ਕੋਈ एक्सटर्नल रेजिस्टेंस जोड़ी नहीं, नो एक्सटर्नल रेजिस्टेंस अटैच्ड, ਅਸੀਂ ਕੋਈ एक्सटर्नल रेजिस्टेंस लगाई ही नहीं है। बस उन्होंने ये सवाल पूछा कि फाइंड VA माइनस VB, ਤੁਸੀਂ VA माइनस VB पता करना है, then what is the potential difference between A and B point, सॉल्यूशन करना है। ਤੇ ਦੇਖੋ ਸੋਚੋ ਕਿ ਇੱਥੇ एक्सटर्नल सर्किट नहीं है, ਇਸ ਤੋਂ ਪਹਿਲਾਂ एक्सटर्नल सर्किट ਨੂੰ ਕਰੰਟ ਦੇਣ ਦੇ ਲਈ ਇਕੁਇਵਲੈਂਟ ਬੈਟਰੀ ਬਣਾ ਰਹੇ ਸੀ ਅਸੀਂ, ਕਿਉਂਕਿ ਇਹ ਦੋਨੋਂ ਮਿਲ ਕੇ I1 ਤੇ I2 ਕਰੰਟ ਦੇ ਦਿੰਦੀਆਂ ਸੀ ਜਿਹੜੇ ਕਿ ਬਾਹਰ ਜਾਂਦਾ ਸੀ ਦੋਨੋਂ ਮਿਲ ਕੇ, ਹੈ ਨਾ। यस ਹੁਣ एक्सटर्नल ਬੈਟਰੀ ਤਾਂ ਹੈ ਨਹੀਂ, ਹੁਣ ਫਾਈਂਡ ਕਰਨਾ VA ਮਾਈਨਸ VB, ਤੇ ਹੁਣ ਇਹ ਦੋਨੋਂ ਬੈਟਰੀਜ਼ ਮਿਲ ਕੇ ਬਾਹਰ ਲਈ ਕੁਝ ਦੇ ਰਹੀਆਂ ਨੇ, नो सर ਨਹੀਂ ਦੇ ਰਹੀਆਂ। ਹੁਣ ਇਹ ਆਪਸ ਹੀ ਇਸੇ ਸਰਕਟ ਵਿੱਚ, ਜਿਸ ਸਰਕਟ ਦਾ ਹਿੱਸਾ ਨੇ ਨਾ, ਇਹਦੇ ਵਿੱਚ ਹੀ ਆਪਸ ਹੀ ਭਿੜ ਰਹੀਆਂ ਨੇ ਬੈਟਰੀਜ਼। ਤੇ ਹੁਣ ਇੱਥੇ ਬੜੇ ਧਿਆਨ ਨਾਲ ਸਮਝਣਾ ਕਿ ਹੁਣ ਇਹ ਬੈਟਰੀਜ਼ ਤੁਹਾਡੀਆਂ ਪੈਰਲਲ ਚ ਨੇ ਕਿ ਸੀਰੀਜ਼ ਨੇ, ਸੋਚੋ ਵੈਸੇ ਹੀ ਸੋਚ ਕੇ ਦੇਖੋ। ਹੁਣ ਇਹਨਾਂ ਦਾ ਕੰਮ ਬਾਹਰਲੇ ਸਰਕਟ ਨਾਲ ਤਾਂ ਹੈ ਨਹੀਂ, ਇਹ ਇਸੇ ਸਰਕਟ ਚ ਹੀ ਹੈ ਨਾ। यस सर ਹੁਣ ਆ 20 ਵੋਲਟ ਜਿਹੜੀ ਹੈ ਇਹ ਇਸ ਡਾਇਰੈਕਸ਼ਨ ਚ ਕਰੰਟ ਭੇਜਣਾ ਚਾਹ ਰਹੀ ਹੈ ਕਿ ਨਹੀਂ, हाँ जी ਤੇ 10 ਵੋਲਟ ਇਹਦਾ ਪੁੱਠਾ ਭੇਜਣਾ ਚਾਹ ਰਹੀ ਹੈ। ਤੇ ਇੱਧਰ ਜਾ ਕੇ A ਤੋਂ ਬਾਹਰ ਨਿਕਲਣ ਦਾ ਰਸਤਾ ਤਾਂ ਹੈ ਨਹੀਂ ਕਿ 10 ਵੀ ਭੇਜ ਲਵੇ 20 ਵੀ ਭੇਜ ਲਵੇ, ਦੋਨੋਂ ਮਿਲ ਕੇ A ਤੋਂ ਨਿਕਲ ਜਾਣ
ਉਧਰ B ਤੋਂ ਇਕੱਠੀਆਂ ਹੋ ਕੇ ਵਾਪਸ ਆ ਕੇ ਤੇ ਵਾਪਸ ਆਪਣਾ ਵੰਡਿਆ ਜਾਵੇ। ਇਸ ਤਰ੍ਹਾਂ ਦਾ ਸਰਕਟ ਨਹੀਂ ਨਾ ਹੈ, ਕਿਉਂਕਿ ਐਕਸਟਰਨਲ ਸਰਕਟ ਹੈ ਹੀ ਨਹੀਂ। ਤਾਂ ਇੱਥੋਂ ਜਿਹੜਾ ਕਰੰਟ ਨਿਕਲੇਗਾ, ਤੁਸੀਂ ਉਸ ਕਰੰਟ ਨੂੰ ਕੁਝ ਵੀ ਮੰਨ ਲਓ ਨਾ, ਲੈਟ ਇਟ ਬੀ I, ਤਾਂ ਹੁਣ ਉੱਪਰੋਂ ਕਰੰਟ ਨਿਕਲੇਗਾ? ਨਹੀਂ ਨਿਕਲੇਗਾ, ਬਲਕਿ ਆ ਕਰੰਟ ਹੀ ਉੱਪਰ ਜਾਏਗਾ ਹੁਣ ਤੇ ਇੱਧਰ ਐਂਟਰ ਕਰੇਗਾ, ਹੈ ਕਿ ਨਹੀਂ? ਮੈਂ ਜਾਣ ਕੇ ਕਰੰਟ ਹੈਵੀ ਬੈਟਰੀ ਚੋਂ ਕੱਢਿਆ ਤਾਂ ਕਿ I ਦੀ ਵੈਲਿਊ ਪੋਜ਼ਿਟਿਵ ਹੀ ਆਵੇ, ਨੈਗੇਟਿਵ ਨਾ ਆਵੇ ਤੇ ਮੇਰਾ ਸਰਕਟ ਠੀਕ ਹੀ ਰਹੇ। ਹੁਣ I ਇੱਧਰ ਜਾਏਗਾ, ਇੱਧਰ ਜਾਏਗਾ, ਇੱਧਰ ਆਏਗਾ, ਯਾਨੀ ਆ ਜਿਹੜਾ ਕਰੰਟ ਹੈ ਇਹ ਕਰੰਟ ਇਸ ਸਰਕਟ ਵਿੱਚ ਉਹੀ ਫਲੋ ਕਰ ਰਿਹਾ। ਹਲੇ ਬੈਟਰੀਆਂ ਨੂੰ ਆਪਾਂ ਅਟੈਚ ਕਰਕੇ ਬਾਹਰਲੇ ਸਰਕਟ ਨੂੰ ਕੁਝ ਦਿੱਤਾ ਨਹੀਂ ਹੈ, ਪਰ ਬੈਟਰੀਜ਼ ਨੂੰ ਅਟੈਚ ਕਰਦੇ ਹੀ ਇਹਨਾਂ ਨੇ ਇੱਕ ਦੂਜੇ ਵੱਲ ਕਰੰਟ ਭੇਜਣਾ ਸ਼ੁਰੂ ਕਰ ਦਿੱਤਾ ਆ। ਤੇ ਇਹ ਇਸ ਲਈ ਕੀਤਾ ਆ ਤਾਂ ਕਿ A ਤੇ B ਵਿੱਚ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਉਹ ਇਹ ਦੋਨੋਂ ਮਿਲ ਕੇ ਜੋ ਪ੍ਰੋਵਾਈਡ ਕਰਨਗੀਆਂ ਨਾ, ਉਹ ਇੱਥੋਂ ਹੀ ਬਣੇਗਾ। ਐਕਸਟਰਨਲ ਸਰਕਟ ਦਾ ਬਾਅਦ ਚਾਹੇਗਾ ਆਪਣਾ ਕੰਮ ਕਰਨ, ਫਿਲਹਾਲ ਤਾਂ ਆਪਣਾ ਕੰਮ ਇੱਥੋਂ ਹੀ ਚੱਲੇਗਾ। ਹੁਣ ਤੁਸੀਂ ਇਹ ਚ ਦੇਖੋ ਸਿਰਫ I ਕਰੰਟ ਆਇਆ ਕਿ ਨਹੀਂ ਆਇਆ, ਕਲੀਅਰ ਹੈ ਕਿ ਨਹੀਂ? Yes, sir. ਕੈਨ ਯੂ ਟਾਕ ਅਬਾਊਟ I1 I2 ਹੇਅਰ? ਨੋ, ਕਿਉਂਕਿ ਦੋਨੋਂ ਜਾਣਗੇ ਕਿੱਧਰ, ਇੱਕ ਹੀ ਵਾਇਰ 'ਚ ਦੋ ਡਾਇਰੈਕਸ਼ਨ 'ਚ ਕਰੰਟ ਥੋੜੀ ਹੋ ਜਾਏਗਾ। ਗੁਨਾਂਸ਼ ਪਤਾ ਲੱਗ ਰਿਹਾ? ਹਾਂਜੀ ਸਰ। KVL ਲਗਾਓ। ਹੁਣ ਜੇ ਆਪਾਂ KVL ਲਗਾਈਏ ਇਹਦੇ ਵਿੱਚ ਤਾਂ ਆ I ਪਤਾ ਕਰ ਸਕਦੇ ਨਾ KVL ਲਗਾ ਕੇ। ਤੇ KVL ਲਗਾਉਣੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਜਿੱਥੇ ਮਰਜ਼ੀ ਚੱਲ ਪੋ। ਆ ਇਹ ਤੋਂ ਚੱਲ, ਇਹ ਤੋਂ ਚੱਲੇ ਪਹਿਲਾਂ ਬੈਟਰੀ आई 10 वाली, हायर ਤੇ ਫਿਰ ਲੋਅर -10, ਫਿਰ ਹਾਇਰ ਟੂ ਲੋਅਰ ਹੀ ਕਰੰਟ ਜਾ ਰਿਹਾ ਤੇ ਤੁਸੀਂ ਵੀ ਇਧਰ ਜਾ ਰਹੇ ਹੋ ਹਾਇਰ ਟੂ ਲੋਅਰ -I, ਫਿਰ ਇਧਰੋਂ ਆ ਗਏ 4 ओम ਵਿੱਚ ਹਾਇਰ ਟੂ ਲੋਅਰ ਹੀ ਜਾ ਰਹੇ ਹੋ ਤੁਸੀਂ, ਮੇਰ ਕਰਦੇ -4I, ਬੈਟਰੀ 20 ਵਾਲੀ ਜਿਹੜੀ ਆ ਲੋਅਰ ਟੂ ਹਾਇਰ ਜਾ ਰਹੇ ਹੋ +20 = 0। ਕਲੀਅਰ ਹੈ ਗੱਲ? ਦੱਸੋ Yes, sir. ਕਿੰਨਾ ਆ ਗਿਆ? 2 एम्पीयर ਕਰੰਟ ਆ ਗਿਆ। ਇਹ 2 एम्पीयर ਉਹ ਕਰੰਟ ਹੈ ਜੋ ਇਹਨਾਂ ਬੈਟਰੀਆਂ ਦੇ ਇੱਕ ਦੂਜੇ ਕਰਕੇ ਇਸੇ ਸਰਕਟ 'ਚ ਹੀ ਆਪ ਹੀ ਭੱਜ ਰਿਹਾ ਇੱਧਰ ਉੱਧਰ। ਕਲੀਅਰ? ਜਿਵੇਂ ਆਪਾਂ ਦੋ ਕੈਪੈਸਿਟਰਸ ਨੂੰ ਅਲੱਗ-ਅਲੱਗ ਵੋਲਟੇਜ ਤੇ ਹੁੰਦੇ ਆ ਤੇ ਦੋਨਾਂ ਨੂੰ ਆਪਾਂ ਅਟੈਚ ਕਰਦੇ ਆ ਤਾਂ ਉਹਨੂੰ ਕਾਮਨ ਪੋਟੈਂਸ਼ੀਅਲ ਗੇਨ ਕਰਨ ਲਈ ਚਾਰਜ ਭੇਜਦੇ ਸੀ ਨਾ ਇੱਕ ਦੂਜੇ ਨੂੰ। Yes, sir. ਤੇ ਇੱਥੇ ਕੀ ਹੈ, ਬੈਟਰੀਆਂ ਜਿਹੜੀਆਂ ਉਹ ਕਰੰਟ ਉਹਨਾਂ 'ਚ ਫਲੋ ਹੋਣ ਲੱਗ ਜਾਂਦਾ ਹੈ ਤੇ ਆ ਆਈ 2 एम्पीयर ਆ ਗਿਆ। ਅੱਛਾ ਹੁਣ ਦੇਖੋ, ਹੁਣ ਜੇ ਕੋਈ ਕਰਨਾ ਚਾਹੇ ਇਹਨੂੰ VA - VB ਪਤਾ ਕਰਨ ਲਈ ਤਾਂ ਹੁਣ ਉਹ ਜਿਹੜੇ ਮਰਜ਼ੀ ਰਸਤੇ ਤੋਂ ਜਾਵੇ। ਦੇਖੋ ਮੰਨ ਲਓ ਇੱਕ ਬੱਚਾ ਹੈ ਕਹਿੰਦਾ ਮੈਂ ਤਾਂ ਜੀ ਐ ਜਾਊਂਗਾ ਜਾਂ ਇਸ ਤਰ੍ਹਾਂ ਜਾਊਂਗਾ, VA ਤੋਂ VB ਤੱਕ ਜਾਂਦੇ ਜਾਵੇ, ਉਹ ਕੀ ਕਰੇਗਾ? VA ਸ਼ੁਰੂ ਹੋ ਗਿਆ, 50 ਰੁਪਏ ਲੈ ਕੇ ਨਿਕਲਿਆ ਮੇਲੇ ਨੂੰ, ਰਸਤੇ 'ਚ ਆ ਗਿਆ 10 ਰੁਪਏ ਖੋਹ ਲਏ ਉਹਨੇ, ਸਮਝ ਲਓ। ਕਲੀਅਰ? Yes, sir. ਤੇ ਕਰੰਟ ਦੀ ਡਾਇਰੈਕਸ਼ਨ ਦੇ ਹਿਸਾਬ ਨਾਲ ਕੀ ਹੈ, ਫਿਰ ਮਾਈਨਸ ਕਰੰਟ ਕਿੰਨਾ ਹੈ 2 ਹੈ ਨਾ, Yes, sir. is equal to VB। ਤਾਂ VA - VB ਕਿੰਨਾ ਆਇਆ? ਦੱਸੋ, ਗੱਲ ਸਮਝ ਲੱਗੀ? Yes, sir. ਕੋਈ ਕਹਿੰਦਾ ਨਹੀਂ ਜੀ ਮੈਂ ਐ ਜਾਣਾ ਸੀ, ਉੱਪਰੋਂ ਨਹੀਂ ਜਾਣਾ, ਮੈਂ ਨੀਚੋਂ ਦੀ ਜਾਣਾ। ਮੈਂ ਕਹਾਂ ਠੀਕ ਹੈ ਨੀਚੋਂ ਚੱਲ ਜਾਓ। ਉਹ ਫਿਰ ਨਿਕਲਿਆ VA, तो इथों निकलते हुए रस्ते च बैटरी का हायर पहला है, लोअर बाद च आया ना, है ना? Yes, sir. -20 ते आ करंट 2 हैगा, 2 जो कि 8 हो गया, ए लोअर टू हायर जा रहे हो +8 आ गया। Yes, sir. VAB - VB कितना है? 12. कोई फर्क नहीं पैंदा कोई बच्चा किथों में कर रहा है। वो तो मैं तुहानूं वैसे पहला भी एक बार दसी सी गल सर्किट्स विच कि कोई दो पॉइंट्स च पोटेंशियल हमेशा ही डिफरेंस सेम आएगा, क्योंकि पोटेंशियल पॉइंट्स दा यूनिक हुंदा है। ਤੇ ਆ ਆਪਣੇ ਇਸ ਕੰਡੀਸ਼ਨ ਵਿੱਚ, ਇਸ ਸਿਚੁਏਸ਼ਨ ਦੇ ਵਿੱਚ ਆਪਣੇ ਕੋਲ ਇਹੀ ਆਏਗਾ VA - VB। ਤੇ ਇਸ ਟਾਈਮ ਅਸੀਂ ਬੈਟਰੀ ਨੂੰ ਕਿਸੇ ਐਕਸਟਰਨਲ ਸਰਕਟ ਨਾਲ ਜੋੜਿਆ ਹੀ ਨਹੀਂ ਸੀ। ਇਸ ਟਾਈਮ ਬੈਟਰੀ ਆਪਣੀ ਸਿੰਪਲ ਐਂ ਹੀ ਕੰਮ ਕਰ ਰਹੀ ਸੀ। ਦੱਸੋ ਕਲੀਅਰ ਹੋਈ ਗੱਲ? Yes, sir. ਤੇ ਆਪਣਾ ਇਕੁਇਵਲੈਂਟ ਕਿੰਨਾ ਆਇਆ ਸੀ? E ਇਕੁਇਵਲੈਂਟ ਕਿੰਨਾ ਆਇਆ ਸੀ ਦੱਸੋ? ਵੈਸੇ ਕਿੰਨਾ ਆਇਆ ਸੀ? देखो 12 volt. जिन्ना होना है, यानी साडा दोनों सैल जो इस तरह जोड़े ਆਪਾਂ ਤਾਂ ਜੋ ਉਹਨਾਂ ਦਾ ਇਕੁਇਵਲੈਂਟ ਹੈ ਉਹੀ ਉਹਨਾਂ ਦਾ ਟਰਮੀਨਲਸ ਜਿਹੜੇ ਨੇ ਬਾਹਰ ਐਕਸਟਰਨਲ ਸਰਕਟ ਨੂੰ ਦੇਣਾ ਆ ਕਰੰਟ, ਉਹਨਾਂ ਵਿੱਚ ਵੀ ਪੋਟੈਂਸ਼ੀਅਲ ਡਿਫਰੈਂਸ 12 ਵੋਲਟ ਹੀ ਆਇਆ। ਇਸ ਲਈ ਆਪਾਂ E ਇਕੁਇਵਲੈਂਟ ਇੱਥੇ 12 ਵੋਲਟ ਲਿਖ ਦਿੰਦੇ ਹੁੰਦੇ ਆ ਇਸ ਸੈੱਲ ਦਾ, ਕਿਉਂਕਿ ਇਸ ਟਾਈਮ ਉਹ ਕਰੰਟ ਤਾਂ ਦੇ ਨਹੀਂ ਰਿਹਾ, EMF ਤਾਂ ਆਪਣਾ 12 ਵੋਲਟ ਹੀ ਕਮਾਂਗੇ ਨਾ ਫਿਰ ਆਪਾਂ, Yes, sir. क्योंकि ये
ਆਪਸ ਚ ਦੇ ਰਹੀਆਂ ਨੇ, ਪਰ ਇਹ ਦੋਨੋਂ ਬੈਟਰੀਜ਼ ਮਿਲ ਕੇ ਜਿਹੜਾ ਕੰਬੀਨੇਸ਼ਨ ਦੀ ਗੱਲ ਕਰ ਰਹੇ ਸੀ ਇਕੁਇਵਲੈਂਟ ਚ, ਇਹ ਬਾਹਰਲੇ ਸਰਕਟ ਨੂੰ ਦੇਵੇਗਾ, ਤਾਂ ਮੈਂ ਕਹੂੰਗਾ ਨਾ ਕਿ ਹਾਂ ਇਕੁਇਵਲੈਂਟ ਬੈਟਰੀ ਹੈ। ਇਸੇ ਤਾਂ ਇੱਕ ਸਰਕਟ ਵਿੱਚ ਗੱਲ ਕੀਤੀ ਜਾ ਸਕਦੀ ਹੈ। ਇਹਦੇ ਚ ਕਰੰਟ ਕੈਲਕੂਲੇਟ ਕਰਨ ਲਈ KVL ਦੀ ਲੋੜ ਨਹੀਂ ਸੀ, ਸਿੱਧਾ ਸਿੱਧਾ ਮੈਨੂੰ ਪਤਾ ਲੱਗਾ ਇਹ 10 ਦੇ ਖਿਲਾਫ 20 ਹੈ, 20 - 10 10 ਹੋ ਗਿਆ, 4 ਤੇ 1 5 ਰੈਜ਼ਿਸਟੈਂਸ ਹੋ ਗਈ, ਸਿੱਧੀ ਗੱਲ ਹੈ 10/5 2 ਐਂਪੀਅਰ ਕਰੰਟ ਆ ਗਿਆ। ਇਹਦੇ ਚ ਤਾਂ ਕੋਈ ਵੱਡੀ ਗੱਲ ਹੀ ਨਹੀਂ ਰਹੇਗੀ। ਫਿਰ ਹੁਣ ਸਮਝ ਲੱਗੀ ਸਭ ਨੂੰ ਗੱਲ ਕੀ ਨਹੀਂ ਦੱਸੋ। ਯੈਸ ਸਰ। ਸੋ ਕਰੰਟ ਲਿਖਣ ਲਈ ਤੁਹਾਨੂੰ ਮਤਲਬ ਕੋਈ ਬਹੁਤਾ ਉਹ ਜਾਣ ਦੀ ਲੋੜ ਨਹੀਂ ਹੁੰਦੀ, ਇਸ ਤਰ੍ਹਾਂ ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ। ਇਸ ਤਰ੍ਹਾਂ ਦੇ ਸਰਕਟ 'ਚ ਤੁਸੀਂ ਸਿੱਧਾ ਸਿੱਧਾ ਲਿਖ ਸਕਦੇ ਹੋ, ਬੈਟਰੀਜ਼ ਬਹੁਤ ਸਾਰੀਆਂ ਨੇ ਇੱਕ ਹੀ ਜਗ੍ਹਾ ਤੇ ਸੀਰੀਜ਼ 'ਚ ਲੱਗੀਆਂ ਨੇ ਉਸੇ ਹੀ ਸਰਕਟ 'ਚ। ਪਰ ਅਗਰ ਇਹਨਾਂ ਦੋਨਾਂ ਨੇ ਮਿਲ ਕੇ ਬਾਹਰ ਸਰਕਟ 'ਚ ਦੇਣਾ ਹੈ ਨਾ ਕਰੰਟ, ਫੇਰ ਸੋਚਣਾ ਪੈਂਦਾ ਸਾਨੂੰ ਕਿ ਅਸੀਂ ਕੀ ਕਰੀਏ। ਠੀਕ ਹੈ ਜੀ ਗੱਲ। ਸੋ ਇਹਦਾ ਮਤਲਬ ਇਹ ਹੈ, ਇੱਕ ਜਿਹੜੀ ਨੋਟ ਕਰਨ ਵਾਲੀ ਗੱਲ ਇੱਥੇ ਹੈਗੀ ਹੈ ਕਿ ਜੇ ਆਪਾਂ ਆਹ ਵਾਲਾ ਇਹਨੂੰ ਇਹ ਲਿਖ ਲਓ, ਆ 10 ਵੋਲਟ ਹੈ, 1 ohms, ਇਹ 20 ਵੋਲਟ ਹੈ ਤੇ ਇਹ ਆ ਗਿਆ 4 ohms। ਤੇ ਜੇ ਮੈਂ ਐ ਕਰਕੇ ਗੱਲ ਕਰਾਂ ਇੱਥੇ ਆ ਪੁਆਇੰਟ A ਤੇ ਆ ਪੁਆਇੰਟ B ਜਿਵੇਂ ਹੁਣ ਸੀਗਾ, ਆਪਾਂ ਬਾਹਰ ਐਕਸਟਰਨਲ ਰੈਜ਼ਿਸਟੈਂਸ ਲਗਾਈ ਨਹੀਂ ਹੈ ਹਲੇ ਕੋਈ, ਠੀਕ ਹੈ, ਜਿਹਨੂੰ ਲਗਾਣੀ ਹੈ ਪਰ ਲਗਾਈ ਨਹੀਂ ਹਲੇ। ਯਾਨੀ ਅਗਰ ਤੁਹਾਡਾ ਕੋਈ ਵੀ ਐਕਸਟਰਨਲ ਰੈਜ਼ਿਸਟਰ ਤੁਸੀਂ ਨਹੀਂ ਲਗਾਇਆ ਹੈ, ਤੁਸੀਂ ਇਹਨਾਂ ਦੋਨੋਂ ਬੈਟਰੀ ਤੋਂ ਐਕਸਟਰਨਲ ਸਰਕਟ 'ਚ ਕੋਈ ਕਰੰਟ ਨਹੀਂ ਲੈ ਰਹੇ ਹੋ, ਦੈਨ ਤੁਸੀਂ ਜੋ ਵੀ E ਇਕੁਇਵਲੈਂਟ ਬਾਏ R ਇਕੁਇਵਲੈਂਟ ਕਰਕੇ ਜਾਂ ਜੋ ਵੀ ਪਿਛਲੀ ਕੈਲਕੂਲੇਸ਼ਨਸ ਕਰ ਰਹੇ ਸੀ ਨਾ ਇੱਕ ਉਹਦੇ ਲਈ ਐਂ ਕਰਕੇ ਕਰਦੇ ਹੋ ਨਾ। R ਇਕੁਇਵਲੈਂਟ ਕਿਵੇਂ ਪਤਾ ਕਰੋ, ਤੁਹਾਨੂੰ ਪਤਾ ਹੀ ਹੈ। ਤੁਹਾਡਾ E ਇਕੁਇਵਲੈਂਟ ਕਿੰਨਾ ਆਇਆ ਸੀ, 12 ਵੋਲਟ ਆਇਆ ਸੀ ਨਾ, ਠੀਕ ਹੈ, ਤੇ ਉਹਨਾਂ ਹੀ ਤੁਹਾਡਾ VA - VB ਵੀ ਆਇਆ ਹੈ ਨਾ, 12 ਵੋਲਟ, ਕਿਉਂਕਿ ਬੈਟਰੀ ਜਿਹੜੀ ਨੇ ਮਿਲ ਕੇ ਬਾਹਰਲੇ ਸਰਕਟ ਨੂੰ ਕਰੰਟ ਦੇ ਹੀ ਨਹੀਂ ਰਹੀਆਂ। ਤਾਂ ਜਿਵੇਂ ਆਪਣਾ ਆਈਡੀਅਲ ਬੈਟਰੀ ਦੇ ਕੇਸ 'ਚ, ਜਾਂ ਸੌਰੀ ਜਦੋਂ ਆਪਾਂ ਰੀਅਲ ਬੈਟਰੀ ਲਈ ਵੀ ਗੱਲ ਕੀਤੀ ਸੀ ਨਾ ਹੁਣੀ, ਕਿੱਧਰ ਗਿਆ ਆਪ ਦੀ, ਕਿ ਜਦੋਂ ਸਰਕਟ ਹੀ ਤੁਹਾਡਾ ਓਪਨ ਹੈ ਨਾ, ਤਾਂ ਤੁਹਾਡਾ EMF ਜਿਹੜਾ ਹੈ ਉਹ ਤੁਹਾਡੇ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਦੇ ਬਰਾਬਰ ਆਉਂਦਾ ਹੈ। ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੁੰਦਾ ਹੈ ਉਹ ਇਸ ਪੁਆਇੰਟ ਤੇ ਇਸ ਪੁਆਇੰਟ ਵਿੱਚ ਪੋਟੈਂਸ਼ੀਅਲ ਡਿਫਰੈਂਸ ਨੂੰ ਕਹਿੰਦੇ ਆ, ਹਾਂ ਯੈਸ। ਠੀਕ ਹੈ। ਉਹ ਵੀ ਸੇਮ ਹੀ ਆਦਾ ਕਿਉਂਕਿ ਸਰਕਟ ਓਪਨ ਹੈ, ਤੇ ਇੱਥੇ ਇੱਕ ਤਰ੍ਹਾਂ ਇਕੁਇਵਲੈਂਟ ਬੈਟਰੀ ਦੇ ਲਈ ਸਰਕਟ ਓਪਨ ਹੀ ਕਿਹਾ ਜਾਏਗਾ ਨਾ, ਕਿਉਂਕਿ ਬਾਹਰਲੇ ਸਰਕਟ 'ਚ ਕੋਈ ਰੈਜ਼ਿਸਟੈਂਸ ਹੀ ਨਹੀਂ ਹੈ। ਸੋ ਹੁਣ ਤੁਸੀਂ ਇਹਨੂੰ ਲਿਖੋ, ਇੱਥੇ ਲਿਖੋ ਨੋਟ ਸਾਰੇ ਜਣੇ ਆਪਣਾ ਕਾਪੀਆਂ ਤੇ, ਹੁਣ ਹੀ ਲਿਖੋ, ਮੈਂ ਬੋਲ ਰਿਹਾ ਹਾਂ, ਲਿਖ ਨਹੀਂ ਰਿਹਾ ਮੈਂ ਬੋਲ ਰਿਹਾ, ਤੁਸੀਂ ਲਿਖੋ। ਕਿਉਂਕਿ as the combination of two batteries is not sending any current, in external circuit, so VA - VB is basically same as the E equivalent, क्योंकि ਤੁਸੀਂ ਸਿੰਗਲ ਬੈਟਰੀ ਵਾਲਾ ਫੈਨੋਮੇਨਾ ਮੰਨ ਲੈਂਦੇ ਹੋ, ਫਿਰ ਜਿਵੇਂ ਤੁਸੀਂ ਸਿੰਗਲ ਬੈਟਰੀ ਲਈ ਕੰਮ ਕਰਦੇ ਹੋ, ਜਿਵੇਂ ਤੁਸੀਂ ਪਹਿਲਾਂ ਵੀ ਕਰ ਰਹੇ ਸੀ। ਕਲੀਅਰ ਹੈ ਸਭ ਨੂੰ? ਯੈਸ ਸਰ। Yes, sir. ਪਰ ਅਗਰ ਇਹੀ ਸਰਕਟ ਤੁਹਾਡਾ ਬਾਹਰ ਵਾਲੇ ਸਰਕਟ ਦੇ ਵਿੱਚ ਕਰੰਟ ਭੇਜਣ ਲੱਗ ਜਾਏ, ਦੈਨ ਉਹ ਜਿਹੜਾ ਤੁਹਾਡਾ VA - VB ਹੈ ਉਹ E ਇਕੁਇਵਲੈਂਟ ਦੇ ਬਰਾਬਰ ਹੈ, ਇਹ ਜ਼ਰੂਰੀ ਨਹੀਂ ਹੋਏਗਾ। ਫੋਰ ਐਗਜ਼ਾਮਪਲ ਇਸ ਨੂੰ ਆਪਾਂ ਇੱਥੇ ਦੇਖ ਲੈਂਦੇ ਹਾਂ। ਹੁਣ ਮੈਂ ਇਹਦੇ ਵਿੱਚ ਲਗਾ ਦੇਣਾ ਰੈਜ਼ਿਸਟੈਂਸ, ਤੇ ਪਹਿਲਾਂ ਵੀ ਜਿੰਨੀ ਲਗਾਈ ਸੀ ਮੇਰੇ ਖਿਆਲ ਨਾਲ 20 ਵੋਲਟ ਲਗਾਈ ਸੀ, 20 ਓਮ ਲਗਾਈ, 20 ਓਮ ਲਗਾ ਦੇਣਾ ਮੈਂ। ਤੇ ਜਦੋਂ ਤੁਸੀਂ ਆ ਕੀਤਾ ਸੀ, ਹੁਣੇ ਕੁਐਸਚਨ ਕੀਤਾ ਸੀ ਨਾ ਆਪਾਂ, ਕਰੰਟ ਫਾਈਂਡ ਕੀਤਾ ਸੀ ਇਕੁਇਵਲੈਂਟ ਬੈਟਰੀ ਲਗਾ ਕੇ, ਇਕੁਇਵਲੈਂਟ ਬੈਟਰੀ ਲਗਾਈ ਸੀ 12 ਵੋਲਟ, ਇਕੁਇਵਲੈਂਟ ਰੈਜ਼ਿਸਟੈਂਸ ਕਿੰਨੀ ਸੀ, ਪ੍ਰੋਡਕਟ ਬਾਈ ਸਮ 4/5 ਹੈ ਨਾ। ਯੈਸ। ਤੇ ਆ ਸੀਗਾ ਆਪਣਾ ਰੈਜ਼ਿਸਟੈਂਸ, ਤੇ ਇਹ ਚੋਂ ਆਪਾਂ ਕਰੰਟ ਸੀਗਾ I, ਤੇ ਕਰੰਟ ਦੀ ਵੈਲਿਊ ਕੀ ਸੀ, ਕਰੰਟ ਦੀ ਵੈਲਿਊ ਸੀਗੀ ਆਪਣੀ 12/20,
20 ਜਮਾ 4/5 ਆਈ ਸੀ ਨਾ। ਯੈਸ ਸਰ। ਇਹ ਆਊਗਾ 104 ਤੇ 60 60/104 ਐਂਪੀਅਰ। ਤੇ ਹੁਣ ਤੁਸੀਂ VA - VB ਜੇ ਕਰੋਗੇ ਇਸ ਕੇਸ ਦੇ ਵਿੱਚ, ਕਿਉਂਕਿ ਇਸ ਕੇਸ ਇਹ ਕੇਸ ਆਪਣਾ ਉਹ ਸੀਗਾ ਜਦੋਂ ਬਾਹਰ 12 ਵੋਲਟ ਲੱਗੀ ਹੋਈ ਸੀ ਤੇ ਉਦੋਂ ਆਪਾਂ ਕੈਲਕੂਲੇਸ਼ਨ ਕੀਤੀ ਨਾ ਸਾਰੀਆਂ। VA - VB ਕਿੰਨਾ ਆਏਗਾ ਦੇਖੋ, ਜਿੰਨਾ ਕਰੰਟ ਹੈ ਇਨਟੂ ਰੈਜ਼ਿਸਟੈਂਸ I ਆਏਗਾ ਕਿ ਨਹੀਂ। ਦੱਸੋ ਗੱਲ ਕਲੀਅਰ ਹੋਈ। ਯੈਸ ਸਰ। ਆ ਹੁਣ ਤੁਹਾਡਾ 12 ਵੋਲਟ ਤਾਂ ਨਹੀਂ ਆ ਰਿਹਾ, ਦੇਖੋ ਜੋ ਵੀ ਆਏਗਾ ਮੈਂ ਤੁਸੀਂ ਕੈਲਕੂਲੇਟ ਕਰ ਰਹੇ ਹੋ 12 ਵੋਲਟ ਤਾਂ ਨਹੀਂ ਆ ਰਿਹਾ ਨਾ। ਕਲੀਅਰ ਹੈ। ਯੈਸ ਸਰ। ਸੋ ਇੱਥੇ ਤੁਹਾਡੇ ਕੋਲ VA - VB ਜਿਹੜਾ ਆ ਉਹ E ਇਕੁਇਵਲੈਂਟ ਦੇ ਬਰਾਬਰ ਨਹੀਂ ਆ ਰਿਹਾ। ਤੇ ਇੱਥੇ ਤੁਹਾਨੂੰ ਰੀਜ਼ਨ ਪਤਾ ਲੱਗ ਰਿਹਾ ਕਿਉਂ, ਕਿਉਂਕਿ ਐਕਸਟਰਨਲ ਸਰਕਟ ਵਿੱਚ ਕਰੰਟ ਜਾ ਰਿਹਾ, ਕਿਉਂਕਿ ਆ ਜੋ ਆਪਾਂ ਕਰਦੇ ਹਾਂ ਆਹ ਵਾਲੀ ਗੱਲ ਵੀ ਸਰਕਟ ਕਲੋਜ਼ਡ ਹੈ ਤਾਂ ਉਦੋਂ E ਤੇ V ਬਰਾਬਰ ਨਹੀਂ ਹੁੰਦੇ। ਕਲੀਅਰ ਹੈ। ਯੈਸ ਸਰ। ਸੋ ਸਾਰੀ ਜਿਹੜੀ ਇਸੇ ਪ੍ਰੋਬਲਮ ਦੇ ਰਾਉਂਡ ਆਪਾਂ ਇਧਰ ਉਧਰੋਂ ਕਰਕੇ ਦੇਖ ਸਕਦੇ ਹਾਂ, ਚੀਜ਼ਾਂ ਨੂੰ ਸਮਝ ਸਕਦੇ ਹਾਂ। ਹੁਣ ਇੱਥੇ ਤੱਕ ਇਹਨੂੰ ਚੰਗੀ ਤਰ੍ਹਾਂ ਕਰਿਓ ਸਮਝ ਕੇ, ਠੀਕ ਹੈ। ਮੈਂ ਤੁਹਾਡੇ ਨਾਲ ਇੱਕ ਦੋ ਹੋਰ ਤੁਹਾਨੂੰ ਹੋਮਵਰਕ ਵਗੈਰਾ ਦੇ ਦੇਵਾਂ ਹੁਣ।